ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੰਧਾਰ ਵਿੱਚ ਇੱਕ ਹੋਰ ਰੂਹ ਸਰ ਕਰਨ ਵਾਲੀ ਸੀ। ਇਸ ਦਾ ਨਾਮ ਸੀ ਸ਼ਾਹ ਸ਼ਰਫ। ਇਹ ਸ਼ਰਫ ਕੌਣ ਸੀ? ਜਾਤ ਦਾ ਤਾਂ ਪਠਾਨ ਸੀ, ਪਰ ਸੀ ਦੱਖਣੀ ਹਿੰਦੁਸਤਾਨ ਦੇ ਬਿਦਰ ਸ਼ਹਿਰ ਦਾ ਵਾਸੀ। ਇਹ ਮੁੱਦਤਾਂ ਤੋਂ ਕੰਧਾਰ ਆ ਵਸਿਆ ਸੀ। ਇਹ ਵੀ ਰੱਬ ਦੇ ਰਾਹ ਦਾ ਫਕੀਰ ਸੀ। ਯਾਰ ਵਲੀ ਤੇ ਸ਼ਰਫ ਦੋਵੇਂ ਮਿੱਤਰ ਸਨ। ਇਕੱਠੇ ਹੋ ਕੇ ਪਰਮਾਰਥ ਦੇ ਬਚਨ ਵਿਲਾਸ ਕਰਦੇ ਹੁੰਦੇ ਸਨ। ਉਹ ਸ਼ਰਫ ਆਪਣੇ ਦੋਸਤ ਨੂੰ ਇੱਕ ਦਿਨ ਮਿਲਣ ਆਇਆ। ਯਾਰ ਵਲੀ ਇਸ ਤੋਂ ਕਈ ਦਿਨਾਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਚੁੱਕਾ ਹੋਇਆ ਸੀ। ਜਦ ਸ਼ਰਫ ਪਹਿਲਾਂ ਸਲਾਮਾ ਲੇਖੀ ਕਰਕੇ ਬਹਿ ਗਿਆ ਤਾਂ ਕੀ ਵੇਖੇ ਕਿ ਯਾਰ ਵਲੀ ਦਾ ਚਿਹਰਾ ਕਿਸੇ ਟਿਕਾਓ ਵਿੱਚ ਹੈ। ਨੈਣ ਆਪਣੀ ਕਾਲੋਂ ਨੂੰ ਰਤਾ ਰਤਾ ਉੱਪਰ ਵੱਲ ਨੂੰ ਲਿੱਗੇ ਹੋਏ ਰਸ ਭਰੇ ਜਿਹੇ ਹਨ ਤੇ ਚਿਹਰੇ ਤੇ ਸਵਾਦ ਵਾਲੀ ਆਭਾ ਹੈ। ਅੱਜ ਘਰ ਵੜਿਆਂ ਵੀ ਕੁਝ ਇਉਂ ਦਾ ਭਾਸ ਭਾਸਿਆ ਸੀ ਕਿ ਜਿਵੇਂ ਮੁੱਦਤਾਂ ਮਗਰੋਂ ਆਪਣੇ ਘਰ ਵੜਦਿਆਂ ਭਾਸਦਾ ਹੈ। ਸ਼ਰਫ ਨੇ ਕਿਹਾ, ਦੋਸਤਾ, ਅੱਜ ਤੇਰੇ ਰੰਗ ਹੋਰਵੇ ਹਨ, ਤੈਨੂੰ ਕੁਝ ਲੱਭਾ ਹੈ ਜ਼ਰੂਰ। ਸਾਨੂੰ ਵੀ ਦੱਸ ਕਿ ਕੀ ਗੱਲ ਹੈ। ਯਾਰ ਵਲੀ ਮੁਸਕਰਾ ਕੇ, ਕੀ ਦੱਸਾਂ, ਅਸੀਂ ਢੂੰਡਦੇ ਫਿਰੇ ਠੰਡੀ ਰਿਵੀ ਨੂੰ ਤੇ ਰਿਵੀ ਆਪ ਰੁਮਕ ਕੇ ਮਿਲਦੀ ਹੈ ਸਾਨੂੰ। ਹਾਂ ਯਾਰਾ, ਅਸੀਂ ਫਿਰੇ ਲੱਭਦੇ ਤੇ ਹਾਕਰਾਂ ਮਾਰਦੇ ਬਦਲਾਂ ਨੂੰ, ਪਰ ਅਬਰੇ ਨਿਸਾ ਆਪੇ ਉਮੜ ਕੇ ਆਉਂਦਾ ਹੈ ਸਾਡੀਆਂ ਕੁਲੀਆਂ ਉੱਤੇ। ਸ਼ਾਹ ਸ਼ਰਫ, ਤਾਂ ਮੇਰੀ ਠੋਰ ਠੀਕ ਹੈ, ਲੱਭਿਆ ਹੈ ਤੂੰ ਕੁਛ, ਵਸਿਆ ਹੈ ਤੇਰੇ ਮੱਥੇ ਉੱਤੇ ਅਬਰੇ ਨੀਸਾਂ। ਤੇਰੇ ਨੈਣ ਪਏ ਦੱਸਦੇ ਹਨ ਕਿ ਇਹਨਾਂ ਨੇ ਪੀਤੀ ਹੈ ਕੋਈ ਬੂੰਦ। ਯਾਰ ਵਲੀ, ਸਾਡੇ ਬੁੱਲ ਸੁੱਕ ਸੁੱਕੇ ਖੁਸ਼ਕ ਹੋ ਕੇ ਪੀਣ ਦੀ ਆਸਗਿਆ ਤੋਂ ਵੀ ਰਹਿ ਚੁੱਕੇ ਸਨ। ਅਸਾਂ ਕੀ ਲੱਭਣਾ ਸੀ, ਆਪੇ ਆਈ ਕੋਈ ਰੋ, ਰੁਮਕ ਮਹਿਰ ਦੀ ਬੂੰਦ ਪਾ ਗਈ। ਸੁੱਕੇ ਪਰ ਖੁੱਲੇ ਲਬਾਂ ਵਿੱਚ ਜਾਨ ਪੈ ਗਈ, ਲਬਾਂ ਤੇ ਆਈ ਜਾਨ ਵਿੱਚ। ਹਾਂ, ਕੋਈ ਆ ਗਿਆ ਦਾਤਾ, ਮਨ ਦਾ ਭੁਲੇਵਾ ਮਨ ਵਿੱਚੋਂ ਕੱਢ ਗਿਆ ਤੇ ਦੇ ਗਿਆ ਕੋਈ ਦਾਨ ਅੱਲਾ ਦੇ ਨਾਮ ਦਾ। ਮੈਂ ਨਹੀਂ ਕੁਝ ਢੋਲ ਲੱਦਾ, ਸਾਡੀ ਢੋਲ ਤਾਂ ਸਾਰੀ ਉਮਰਾਂ ਦੀਆਂ ਟੱਕਰਾਂ ਹੀ ਸਨ। ਸ਼ਰਫ, ਫਿਰ ਇਕੱਲੇ ਇਕੱਲੇ ਦੋਸਤਾਂ ਨੂੰ ਵੀ ਯਾਦ ਕਰਨਾ ਸੀ। ਯਾਰ ਵਲੀ, ਸੱਚ ਕਿਹਾ ਈ, ਪਰ ਸੱਚ ਇਹ ਹੈ ਕਿ ਮੈਂ ਇਤਨਾ ਅੱਜ ਖੁਦ ਰਫਤੈ ਹੋ ਗਿਆ ਉਸ ਵੇਲੇ ਕਿ ਮੈਨੂੰ ਕੁਛ ਤੇ ਕੋਈ ਯਾਦ ਹੀ ਨਹੀਂ ਰਿਹਾ। ਸ਼ਰਫ, ਸ਼ਾਬਾਸ਼ ਦੋਸਤ, ਇਸ ਸਫਾ ਗੋਈ ਸੱਚ ਬੋਲਣ ਦੇ ਸ਼ਾਬਾਸ਼। ਹੁਣ ਫਿਰ ਮਿਹਰ ਕਰ, ਥੋ ਦੱਸ ਜੋ ਬਾਦੇ ਸ਼ੁਰਤ ਕਿੱਧਰ ਨੂੰ ਗਈ ਹੈ। ਯਾਰ ਵਲੀ, ਲੱਭਿਆਂ ਹਵਾਵਾਂ ਨਹੀਂ ਲੱਭਦੀਆਂ, ਮਗਰ ਭੱਜਿਆਂ ਫੜੀਂਦੀਆਂ ਨਹੀਂ। ਦਿਲ ਦੀ ਲੋਹ ਲਾ ਮੱਤੇ ਮੁਹਾੜਾ ਮੋੜ ਲੈਣ ਇੱਧਰ ਦੀਆਂ। ਸ਼ਰਫ, ਸੱਚ ਕਿਹਾ ਈ, ਸੱਚ ਕਿਹਾ ਹੀ। ਇਉਂ ਕਹਿੰਦਾ ਦੋਸਤ ਵੱਲ ਤੱਕਦਾ ਤੱਕਦਾ ਚੁੱਪ ਹੋ ਗਿਆ ਤੇ ਬਹਿ ਗਿਆ ਉੱਥੇ ਹੀ ਜਿੱਥੇ ਬੈਠਾ ਸੀ ਤੇ ਬੈਠਾ ਰਿਹਾ 4 ਦਿਨ। ਜਬ ਹੀ ਦਿਵਸ ਬਤੀਤੇ 4, ਆਏ ਸ੍ਰੀ ਪ੍ਰਭ ਕਰੁਣਾ ਧਾਰ। ਬੈਠਾ ਰਿਹਾ 4 ਦਿਨ ਸ਼ਰਫ ਖਿੱਚ ਵਿੱਚ ਪਰੋਤਾ ਤੇ ਤਾਂਗ ਵਿੱਚ ਵੇਦਿਆ। 4 ਦਿਨਾਂ ਮਗਰੋਂ ਆ ਗਏ ਖਿੱਚਾਂ ਦੇ ਪਛਾਣਨਹਾਰ, ਆਏ ਤੇ ਡਿੱਠਾ ਸ਼ਰਫ ਨੇ ਦਾਤੇ ਨੂੰ। ਹਾਂ, ਜਦ ਦੀਦਾਰ ਡਿੱਠੋਸ ਤਾਂ ਪਹਿਲਾਂ ਤਾਂ ਅੱਖਾਂ ਵਿੱਚ ਸਵਾਦ ਵੜਿਆ, ਫਿਰ ਸ਼ਕਲ ਸੂਰਤ ਤੋਂ ਮੁਸਲਮਾਨ ਨਜ਼ਰ ਨਾ ਪਏ। ਇੱਕ ਕਸ਼, ਇੱਕ ਪਤਲੀ ਬਰੀਕ ਲੀਕ ਦਿਲ ਵਿੱਚੋਂ ਲੰਘ ਗਈ ਦੀਨ ਦੇ ਅੰਦਰ ਵਸ ਰਹੇ ਪੱਖ ਦੀ। ਚਿੱਤ ਨੇ ਪ੍ਰਭਾਵ ਤਾਂ ਮੰਨਿਆ, ਪਰ ਉਸ ਬਰੀਕ ਭਾਵ ਨੇ ਰਸਲੀਨ ਹੋ ਜਾਣ ਦੀ ਥਾਂ ਕੁਛ ਪਰਖ ਵੰਨੇ ਸਿਰ ਪਾਇਆ ਤੇ ਸਿਰ ਨੀਵਾਂ ਕਰਕੇ ਸਿਜਦਾ ਦੇ ਕੇ ਅਦਮ ਨਾਲ ਬਿਠਾ ਕੇ ਆਪ ਦੋ ਜਾਨੂ ਹੋ ਬੈਠਾ ਔਰ ਰਸ ਪੀਣ ਦੀ ਥਾਵੇਂ ਪਹਿਲਾਂ ਤੱਕਣ ਲੱਗਾ ਕਿ ਰਸ ਕਿਹੜੇ ਕਮਾਦ ਦਾ ਹੈ। ਸ਼ਰਫ, ਹਜ਼ੂਰ, ਬੇਦਮੀ ਬਾਫ 2 ਤਰ੍ਹਾਂ ਦੇ ਹੁੰਦੇ ਹਨ ਮੁਤਲਾਸ਼ੀ। ਇੱਕ ਤਾਂ ਦੇਖਦੇ ਸਾਰ ਪਾਣੀ ਵਿੱਚ ਲੂਣ ਵਾਂਗੂ ਸ਼ਰਨਾਗਤ ਹੋ ਜਾਂਦੇ ਹਨ। ਦੂਜੇ ਕੋਈ ਐਸੇ ਹੁੰਦੇ ਹਨ ਜੋ ਇਸ ਸ਼ੈਤਾਨ ਮਨ ਦੀ ਤਸੱਲੀ ਕਰਕੇ ਮਰਦੇ ਹਨ। ਗੁਰੂ ਜੀ, ਮਨ ਨੂੰ ਰੰਗਣਾ ਹੈ ਸਾਈਂ ਦੇ ਰੰਗ ਵਿੱਚ, ਜਿਸ ਤਰ੍ਹਾਂ ਰੰਗ ਸੋਨਾ ਚੜੇ ਚਾੜ ਲਵੇ। ਪੁੱਛ ਬੰਦੇ ਸਾਈਂ ਦੇ ਜੋ ਚਿੱਤ ਆਵੇ। ਸ਼ਰਫ, ਆਪ ਨੇ ਖਫਨੀ ਪਾਈ ਹੋਈ ਹੈ, ਇਸ ਦਾ ਕੀ ਭਾਵ ਹੈ? ਗੁਰੂ ਜੀ, ਮੁਰਦੇ ਨੂੰ ਪਾਈਦਾ ਹੈ ਖਫਨ ਤੇ ਖਫਣੀ ਪਾਈਦੀ ਹੈ ਉਹਨਾਂ ਨੂੰ ਜੋ ਲੋਕਾਂ ਦੇ ਭਾਣੇ ਮਰ ਜੋ ਗਏ। ਮੁਸਕਰਾ ਪਏ। ਸ਼ਰਫ, ਲੋਕਾਂ ਦੇ ਭਾਣੇ ਤੇ ਆਪ ਜਿਉਂਦੇ ਹੀ ਰਹੇ। ਗੁਰੂ ਜੀ, ਜਿਉਂਦੇ ਨਾ ਰਹੇ ਪਰ ਜਿਉ ਪਏ। ਸ਼ਰਫ, ਦੁਹਰਾ ਕੇ ਤੇ ਸਿਰ ਹਿਲ ਕੇ, ਜਿਉਂਦੇ ਨਾ ਰਹੇ ਤੇ ਜਿਉ ਪਏ, ਕੀ ਫਰਕ ਹੋਇਆ? ਸਮਝੇ ਨਹੀਂ ਪਈ ਜੀ ਗੱਲ। ਗੁਰੂ ਜੀ, ਜਦੋਂ ਰੱਬ ਵੱਲ ਲੱਗੇ ਤਦੋਂ ਟੱਬਰ ਕਬੀਲੇ ਦੁਨੀਆ ਦੇ ਭਾਣੇ ਮਰ ਗਏ। ਜਦੋਂ ਅੰਦਰੋਂ ਆਪ ਵਿੱਚੋਂ ਅਨ ਆਪਾ ਮਰ ਗਿਆ ਤਦੋਂ ਅਨ ਆਪੇ ਦੇ ਮਰਨ ਮਗਰੋਂ ਆਪਣਾ ਅਸਲੀ ਆਪਾ ਨਿੱਤਰ ਹੋ ਆਇਆ ਤੇ ਖਸਮ ਦੇ ਅੰਗ ਜਾ ਲੱਗਾ ਤਾਂ ਜਿਉ ਪਏ। ਸ਼ਰਫ, ਸੁਭਾਨ ਅੱਲਾ, ਵਾਹ ਵਾਹ,
ਖੁਸ਼ ਕਰ ਦਿੱਤਾ ਨੇ। ਕੁਰਬਾਨ ਭਲਾ ਜਿਓ, ਮਰਨਾ ਕਿਉਂ ਜਿਵਾਲਦਾ ਹੈ। ਗੁਰੂ ਜੀ, ਜੋ ਡੁੱਬ ਕੇ ਤਰੇ ਉਹ ਕਦੇ ਨਾ ਡੁੱਬੇ। ਸ਼ਰਫ, ਖਿਰਕੇ ਦਾ ਕੀ ਮਾਇਨਾ ਹੈ। ਗੁਰੂ ਜੀ, ਖਿਰਕੇ ਦੇ ਮਾਇਨੇ ਹਨ ਫਟਣਾ, ਸੂਈ ਧਾਗਾ, ਸਿਉਣਾ, ਓੜਨਾ। ਸ਼ਰਫ, ਇਹਨਾਂ ਦੇ ਕੀ ਮਾਇਨੇ। ਗੁਰੂ ਜੀ, ਫਟਣਾ, ਫਾੜਨਾ ਆਪੇ ਨੂੰ, ਹਾਂ ਖੋਜ, ਖੋਜ ਤੱਕਣਾ, ਸੂਈ ਸਬਰ ਦੀ, ਧਾਗਾ ਸਤਸੰਗ ਦਾ, ਸਿਉਣਾ ਮੰਨਣਾ ਹੁਕਮ ਦਾ, ਪਹਿਨਣਾ ਝੂਠੇ ਮਾਨ ਦਾ, ਹਾਨ ਕਰਨਾ। ਸ਼ਰਫ, ਪਹਿਨਣ ਦਾ ਕੀ ਫਾਇਦਾ। ਗੁਰੂ ਜੀ, ਮਲਕਲ ਮੌਤ ਦਾ ਪਾਲਾ ਫਿਰ ਨਹੀਂ ਲੱਗਦਾ, ਭਾਵ ਕਾਲ ਨਹੀਂ ਸਤਾਉਂਦਾ। ਸ਼ਰਫ, ਤਾਰਕ ਉਹ ਦੁਨੀਆ ਕੌਣ ਹੈ। ਗੁਰੂ ਜੀ, ਜਿਸ ਨੇ ਸਾਰੇ ਭਰਪੂਰ ਇੱਕ ਖੁਦਾ ਨੂੰ ਲੱਖ ਲਿਆ ਹੈ ਤੇ ਉਸ ਦੇ ਇਸ਼ਕ ਵਿੱਚ ਰੱਤਾ ਹੈ, ਉਹ ਤਾਰਕ ਉਹ ਦੁਨੀਆ ਹੈ। ਸ਼ਰਫ, ਚਾਹੇ ਚਾਰੋਂ ਐਬ ਸ਼ਰਈ ਹੋਵੇ, ਚਾਹੋ ਤ੍ਰਿਮਤ ਔਲਾਦ ਦੇ ਮੋਹ ਫਾਤਾ ਹੋਵੇ। ਗੁਰੂ ਜੀ, ਜੋ ਰੱਤਾ ਹੈ ਇਸ਼ਕ ਖੁਦਾਏ ਵਿੱਚ, ਜਿਸ ਨੂੰ ਮੋਹ ਲਿਆ ਹੈ ਤਲਬ ਸਾਈਂ ਦੇ ਦੀਦਾਰ ਦੀ ਨੇ, ਉਹ ਸੁੱਤੇ ਹੀ ਉੱਚਾ ਉੱਠ ਗਿਆ ਐਬਾਂ ਦੀ ਪੱਧਰ ਤੋਂ। ਖੁਦਾ ਨਾਲ ਰਗਬਤ ਵਿੱਚ ਤਰ ਕੇ ਦੁਨੀਆ ਸ਼ਾਮਲ ਹੈ। ਜੋ ਰਾਗੀ ਹੈ ਰੱਬ ਦਾ, ਉਹ ਬੇਰਾਗੀ ਹੈ ਦੁਨੀਆ ਦੇ ਐਬਾਂ ਦਾ। ਪਰ ਨੀਂਦੀ ਕਾਕੀ ਦੇ ਪਤੀ ਨਾਲ ਸੰਜੋਗ ਵਿੱਚ ਸ਼ਾਮਲ ਹੈ ਮਾਪਿਆਂ ਦਾ ਵਿਯੋਗ। ਫਿਰ ਤਰਕ ਹੈ ਮਨ ਦਾ, ਮਨ ਦੀ ਪਕੜ ਜਿਸ ਤੋਂ ਛੁੱਟ ਗਈ ਉਸ ਥੋਂ ਵਿਰਾਗ ਹੋ ਗਿਆ। ਸਰੀਰ ਦੀ ਪਕੜ ਜ਼ਰੂਰੀ ਨਹੀਂ ਕਿ ਛੁੱਟ ਜਾਵੇ, ਸਰੀਰ ਦੀ ਪਕੜ ਬੇਪਕੜ ਹੈ ਜੇ ਮਨ ਦੀ ਪਕੜ ਨਹੀਂ ਰਹੀ ਤਾਂ। ਪਛਾਣ ਇਹ ਹੈ ਕਿ ਮਨ ਦੀ ਬੇਪਕੜ ਵਾਲਾ ਸਰੀਰ ਐਬਾਂ ਵੱਲੋਂ ਵੀ ਬੇਪਕੜ ਹੋ ਜਾਂਦਾ ਹੈ। ਸ਼ਰਫ ਦੀ ਸਮਝ ਵਿੱਚ ਆ ਗਿਆ ਨੁਕਤਾ। ਉਹ ਐਬਾਂ ਨਾਲ, ਪਕੜਾਂ ਨਾਲ ਲੜ ਲੜ ਕੇ ਫਾਵਾ ਹੋ ਰਿਹਾ ਸੀ। ਹੱਠ ਨਾਲ, ਜ਼ੋਰ ਨਾਲ ਆਪਣੇ ਮਨ 'ਤੇ ਟੇਕ ਧਰ ਕੇ ਕਰਦਾ ਸੀ ਤਿਆਗ। ਪਰ ਮਨ ਦਾ ਸੁੱਤੇ ਸੁਭਾਅ ਹੈ ਗ੍ਰਹਿਣ, ਉਹ ਫਿਰ ਜ਼ੋਰ ਮਾਰ ਕੇ ਡਾਹ ਪੈਂਦਾ ਸੀ ਪਕੜ ਵਿੱਚ। ਹਾਂ, ਉਹ ਕਰਦਾ ਸੀ ਤਿਆਗ ਸਰੀਰ ਨਾਲ, ਫਾਕੇ ਕੜਾਕੇ, ਤਪ। ਪਰ ਮਨ ਸੱਪ ਭਾਵੇਂ ਸੀਤ ਲੱਗ ਲੱਗ ਕੇ ਮੋਇਆ ਜਾਪੇ, ਪਰ ਨਿੱਘ ਲੱਗਦੇ ਸਾਰ ਸੁਰਜੀਤ ਹੋ ਜਾਂਦਾ ਹੈ। ਮਨ ਦੀ ਪਕੜ ਛੁੱਟਣ ਦਾ ਇਸ਼ਾਰਾ ਘਾਉ ਕਰ ਗਿਆ ਕਾਲੀ ਨੂੰ। ਚਿਹਰੇ ਵੱਲ ਤੱਕਿਓ ਤੇ ਨੂਰਾਨੀ ਰਸ ਰੰਗ ਵੇਖ ਕੇ ਢਹਿ ਪਿਆ ਚੰਨਾਂ 'ਤੇ। ਗੁਰਨਿਜ ਕਰ ਸੋ ਸੀਸ ਉਠਾਵਾ, ਕਰਿਓ ਹਿਰਦੇ ਸੇ ਤਜੀਏ ਦਾਵਾ। ਸਤ ਨਾਮ ਸਿਮਰੋਲੀ ਵਲਾਏ, ਦੇਖੇ ਕਰੁਣਾ ਦ੍ਰਿਸ਼ਟ ਖੁਦਾਏ। ਇਹ ਆਖਿਆ ਤੇ ਸਿਰ ਚਾਇਆ ਆਪਣੇ ਸੋਹਰੇ ਘਰ ਕਮਲਾਂ ਨਾਲ, ਤਾਂ ਛੋਂਦੇ ਸਾਰ ਉਸ ਦੇ ਸਰੀਰ ਵਿੱਚ ਰੁਮਕ ਗਈ ਰੂਹ। ਲੂ ਖੁੱਲ੍ਹ ਗਏ, ਮਨ ਖੁੱਲ੍ਹ ਗਿਆ, ਬੋਝ ਨਿਕਲ ਗਿਆ, ਸਮਾ ਗਈ ਨਾਮ ਦੀ ਲਿਵ ਅੰਦਰ। ਸ਼ਰਫ ਨਿਹਾਲ ਹੋ ਗਿਆ। ਗੁਰੂ ਜੀ, ਸ਼ਰਫ ਦੇਖ, ਇਹ ਜੋ ਨਾਮ ਦੀ ਲਿਵ ਲੱਗੀ ਰਹਿਣੀ ਹੈ, ਇਹ ਵਾਹਿਗੁਰੂ ਸ਼ੇਰ ਦੇ ਲਾਗੇ ਰਹਿਣਾ ਜਾਂ ਨਾਲ ਲੱਗੇ ਰਹਿਣਾ ਹੈ। ਸ਼ੇਰ ਦੇ ਲਾਗ ਰਿਆਂ ਫਿਰ ਹੋਰ ਜਾਨਵਰ ਹਮਲਾ ਨਹੀਂ ਕਰਦੇ। ਸੋ ਰੱਬ ਦੇ ਪਿਆਰ ਵਿੱਚ ਆਓ। ਪਿਆਰ ਦਾ ਉਪਰਾਲਾ ਨਾਮ ਹੈ। ਪਿਆਰ ਨਾਲ ਪਰੋਤੇ ਉੱਚੇ ਰਹਿੰਦੇ ਹਨ ਨਫਸ ਦੀਆਂ ਪਕੜਾਂ ਤੋਂ। ਨਿਰੇ ਭਲਿਆਈ ਦੇ ਤਰੱਦਦ ਕਰਨੇ ਸ਼ੁਭ ਹਨ, ਪਰ ਬਲ ਭਰਦਾ ਹੈ ਆਪੇ ਵਿੱਚ ਸਾਈਂ ਨਾਲ ਲੱਗਿਆ। ਹਾਂ, ਆਪੇ ਵਿੱਚੋਂ ਆਪੇ ਦੀ ਕਾਈ ਨਾਮ ਨਾਲ ਦੂਰ ਹੁੰਦੀ ਹੈ। ਸਭ ਦਾਰੂਆਂ ਦਾ ਦਾਰੂ ਇੱਕ ਨਾਮ ਹੈ, ਨਾਮ ਦੀ ਪੀੜੀ ਗੰਢ ਪਾਓ। ਖਾਲੀ ਖਿਆਲਾਂ ਨਾਲ ਸਮਝ ਬਹਿਦਾ ਹੈ ਕਿ ਹੋ ਗਏ ਹਾਂ ਪੂਰੇ, ਪਰ ਉਹ ਗੁਮਾਨ ਹੀ ਗੁਮਾਨ ਰਹਿ ਜਾਂਦਾ ਹੈ। ਬਣਦਾ ਜੋ ਕੁਝ ਹੈ ਨਾਮ ਦੀ ਲਿਵ ਨਾਲ, ਸੋ ਲੱਗੇ ਰਹੋ। ਇਹ ਲਿਵ ਸਾਰੇ ਐਬ ਕੱਢੇਗੀ, ਸਾਰੇ ਗੁਣ ਲਿਆਵੇਗੀ, ਸਾਈਂ ਨਾਲ ਮਿਲਾਵੇਗੀ, ਚਿੱਤ ਨੂੰ ਸੁਖੀ ਤੇ ਸੁਆਦ ਵਿੱਚ ਰੱਖੇਗੀ। ਇਹ 8 ਪੈਰੀ ਮਰਾਕਬਾ ਹੈ। ਸ਼ਰਫ ਨੂੰ ਗੁਰੂ ਜੀ ਨਾਲ ਇਤਨਾ ਪਿਆਰ, ਸ਼ੁਕਰ ਭਰਿਆ ਪਿਆਰ ਪਿਆ ਕਿ ਆਪਣੇ ਘਰ ਹੀ ਨਾ ਜਾਵੇ ਤੇ ਨਾਲ ਰਹਿਣ ਲਈ ਬੇਨਤੀਆਂ ਕਰੇ। ਪਰ ਗੁਰੂ ਜੀ ਨੇ ਉਸ ਨੂੰ ਦਿਲਾਸਾ ਦੇ ਕੇ ਘਰ ਟੋਰਿਆ ਤੇ ਕਿਹਾ ਕਿ ਇੱਥੇ ਤੇਰੇ ਪਾਸ ਯਾਰ ਵਲੀ ਦਾ ਸਤਸੰਗ ਹੈ। ਬਹੁਤ ਚਿੱਤ ਕਰੇ ਤਾਂ ਖੁਰਮ ਵਿੱਚ ਇੱਕ ਸਿੱਖ ਹੈ, ਉਸ ਨੂੰ ਮਿਲ ਆਇਆ ਕਰ। ਆਗਿਆ ਸਿਰ ਧਰ ਕੇ ਨਾਮ ਤੇ ਸਵਾਦ ਨਾਲ ਸੁਖੀ ਸ਼ਰਫ, ਪਰ ਖਿੱਚ ਭਰੋਤਾ ਸ਼ਰਫ ਆਪਣੇ ਘਰ ਗਿਆ। ਜਦੋਂ ਕਿ ਸਤਿਗੁਰੂ ਜੀ ਕੰਧਾਰ ਸ਼ਹਿਰ ਤੋਂ ਟੁਰਨ ਲੱਗੇ ਤਾਂ ਯਾਰਵਲੀ ਨੇ ਬੇਬਲ ਹੋ ਕੇ ਪੁੱਛਿਆ, ਪਾਤਸ਼ਾਹ ਫਿਰ ਕਦ ਦਰਸ਼ਨ ਦਿਓਗੇ? ਜਾਂ ਨਾਲ ਹੀ ਲੈ ਚੱਲੋ ਜਾਂ ਫਿਰ ਬਿਰਹੋਂ ਨਾ ਹੋਵੇ। ਡਾਢੇ ਪਿਆਰ ਦੇ ਵਾਕ ਸੁਣ ਕੇ ਅਜਰ ਜਰਨ ਦੇ ਧਨੀ ਸਤਿਗੁਰੂ ਬੋਲੇ, ਸਰੀਰਾਂ ਦੇ ਮੇਲ ਨਿਤ ਨਹੀਂ ਰਹਿ ਸਕਦੇ, ਚਾਹੋ ਸਰੀਰ ਹੀ ਹਨ ਜਿਨ੍ਹਾਂ ਵਿੱਚ ਨਾਮ ਸਿਮਰ ਕੇ ਪਰਮਗਤ ਪਾਈਦੀ ਹੈ। ਪਰ ਸਰੀਰ ਨਿਤ ਨਹੀਂ। ਸਿਮਰਨ ਵਿੱਚ ਰਹੋ ਜੋ ਨਾਮ ਦਾ ਰੰਗ ਲੱਗਾ ਰਹੇ। ਕੋਈ ਝੂਠਾ ਦਾਵਾ ਨਾ ਧਾਰਨਾ ਕਿ ਮੈਂ ਹਾਂ ਕੁਝ। ਉਹ ਹੈ ਸਭ ਕੁਝ, ਅਸੀਂ ਹਾਂ ਚਰਨ ਸ਼ਰਨ। ਚਰਨ ਸ਼ਰਨ ਪ੍ਰਾਪਤ ਅਸੀਂ ਉੱਚੇ ਹਾਂ, ਸੁੱਚੇ ਹਾਂ, ਗਨੀ ਹਾਂ, ਸੁਖੀ ਹਾਂ।
ਦੁਨੀਆ ਜੋ ਤੁਸਾਂ ਪਾਸ ਆਉਂਦੀ ਹੈ, ਸੱਚ ਉਪਦੇਸ਼ ਦੇਣਾ, ਦਾਵਾ ਨਹੀਂ ਬਣਨਾ ਕਿ ਮੈਂ ਹਾਂ ਪੀ ਕੇ ਪਾਰਗ੍ਰਾਮੀ, ਸੱਚ ਉਪਦੇਸ਼ ਦੇਣਾ ਬੇਲਾਗ ਹੋ ਕੇ, ਇਸ ਨਾਲ ਦੂਏ ਦਾ ਭਲਾ ਹੋਵੇਗਾ ਤੇ ਤੁਸਾਂ ਨੂੰ ਮੈਲ ਨਾ ਵਾਪਰੇਗੀ। ਦਾਵਾ ਧਾਰੋਗੇ ਤਾਂ ਪਕੜ ਪਵੇਗੀ ਤਾਂ ਮਨ ਆਪਣੇ ਸੁਭਾਅ ਦੇ ਕਈ ਰੰਗ ਵਰਤਾਵੇਗਾ। ਹੁਕਮ ਪਛਾਣੋ ਤਾਂ ਦਾਵਾ ਦੂਰ ਰਹੇਗਾ, ਦਾਵਾ ਹੁਕਮ ਸਿਆਣਨ ਦੇ ਅੱਗੇ ਪਰਦਾ ਹੈ। ਹੁਕਮ ਹੈ ਨਾਮ ਜਪੋ, ਅਸੀਂ ਨਾਮ ਜਪਦੇ ਹਾਂ। ਹੁਕਮ ਹੈ ਨਾਮ ਜਪੋ, ਮੈਨੂੰ ਮਿਲੋਗੇ, ਅਸੀਂ ਮਿਲ ਕੇ ਸੁਖੀ ਰਹਿੰਦੇ ਹਾਂ। ਜੇ ਹੁਕਮ ਹੈ ਸੁਮੱਤ ਦਿਓ ਤਾਂ ਦਿਓ, ਪਰ ਆਪਾ ਬਚਾ ਕੇ। ਪੱਕ ਜਾਣੋ ਆਪਾ ਬਚੇਗਾ ਹੁਕਮ ਸਮਝ ਕੇ। ਹੁਕਮ ਹੈ ਤਾਂ ਹੁਕਮ ਦੀ ਬਜਾਵਰੀ ਹੈ। ਹੁਕਮ ਤੇ ਟਿਕੋਗੇ, ਹੁਕਮ ਨੂੰ ਸਿਆਣੋਗੇ ਤਾਂ ਬੇਲੂਸ ਰਹੋਗੇ। ਤਰੋਗੇ ਤੇ ਤਰਨਗੇ ਮਿਲਣ ਵਾਲੇ, ਪਰ ਅੱਲਾ ਦੇ ਯਾਰ। ਨਫਸ ਅੰਦਰ ਡਾਢਾ ਬੈਠਾ ਹੈ, ਇਸ ਦੀਆਂ ਕੁਚਲਬੰਦੀਆਂ ਤੇ ਸਦਾ ਪਹਿਰਾ ਰਹੇ। ਪਹਿਰਾ ਰਹੇਗਾ ਉੱਚੇ ਉੱਠਿਆਂ ਆਤਮ ਜਾਗ ਆਉਂਦੀ ਹੈ। ਜਾਗਦਾ ਰਹੇ ਤਾਂ ਮੁਸੀਂਦਾ ਨਹੀਂ। ਨਾਮ ਵਿੱਚ ਸੁਰਤ ਜਾਗੇ, ਰਜ਼ਾ ਦੀ ਸਿਆਣ ਵਿੱਚ ਮਨ ਜਾਗੇ, ਇਹ ਜਾਗਰਤ ਮੁਸੀਨ ਨਹੀਂ ਦਿੰਦੀ। ਹਾਂ ਜੀ, ਸਾਈਂ ਦਾ ਯੋਧਾ ਸਰ ਕਰ ਚੱਲਿਆ ਹੈ ਕੰਧਾਰ ਨੂੰ 3 ਬੰਦੇ ਜਿੱਤ ਕੇ। ਹਾਂ, 3 ਜਿੱਤ ਕੇ ਕੰਧਾਰ ਸਰ ਹੋ ਗਈ। ਕਿਵੇਂ? ਦੋਏ ਤਾਂ ਫਕੀਰ ਹੈ ਸਨ, ਦੁਨੀਆ ਦੋਹਾਂ ਦੇ ਟੁਕਦੀ ਸੀ। ਦੋਏ ਘਾਲੀ ਸਨ, ਪਰ ਅਟਕਾਂ ਵਿੱਚ ਫਸੇ ਭੰਬਲ ਭੂਸੇ ਖਾ ਰਹੇ ਸਨ ਚੰਗੇ, ਪਰ ਰਸ ਦੇਸ਼ ਵਿੱਚ ਨਹੀਂ ਸਨ। ਇਹਨਾਂ ਦੀਆਂ ਕਸਰਾਂ ਕੱਢ ਕੇ ਸਾਈਂ ਨਾਲ ਗੰਢ ਚਿਤਰਾਵਾ ਕਰ ਆਏ। ਜਿਨ੍ਹਾਂ ਦੋਹਾਂ ਦੀ ਤੁਫੈਲ ਹੁਣ ਮਿਲੇਗੀ, ਸਾਰੀ ਉੱਥੋਂ ਦੀ ਢੁੰਡਾਊ ਪਰਜਾ ਨੂੰ ਸਿੱਧੇ ਰਸਤੇ ਦੀ ਸੋਚੀ। ਦੋਹਾਂ ਦੀ ਕਸਰ ਕੱਢਣ ਨਾਲ ਹਜ਼ਾਰਾਂ ਦੀ ਕਸਰ ਨਿਕਲੇਗੀ। ਤੀਸਰਾ ਘਾਲੀ ਸੀ, ਇਸ ਦੇ ਵੀ ਕੁਛ ਮੇਲੀ ਸਨ। ਉਸ ਦੀ ਕਸਰ ਨਿਕਲਣ ਨਾਲ ਸਾਰਿਆਂ ਦਾ ਉਧਾਰ ਆਪੇ ਹੋਏਗਾ। ਇਉਂ ਗੁਰੂ ਬਾਬੇ ਦੇ ਕਾਰਨਾਮਿਆਂ ਦੀ ਸਮਝ ਸੋਚ ਕਰਨ ਨਾਲ ਮਿਲਦੀ ਹੈ। 13 ਸੋਝੀ ਦੇ ਮੁਨਾਰਿਆਂ ਪਰ ਜਿਨ੍ਹਾਂ ਦੇ ਸੋਝੀ ਦੇ ਦੀਵੇ ਲਾਟ ਦੀ ਛੂਹ ਦੇ ਮੁਹਤਾਜ ਸਨ, ਸੋਝੀ ਦੀ ਲੋਅ ਲਾ ਕੇ ਗੁਰੂ ਜੀ ਆਪ ਰਾਹੇ ਪੈ ਗਏ। ਤਰੇਗੀ ਦੁਨੀਆ 13 ਨੂੰ ਮਿਲ ਕੇ। ਆਪ ਹੁਣ ਅੱਗੇ ਟੁਰ ਪਏ। ਸ਼ਹਿਰੋਂ ਅੱਗੇ ਇੱਕ ਗਿਰਾਂ ਦੇ ਬਾਹਰ ਉਦਿਆਨ ਵਿੱਚ ਜਾ ਬੈਠੇ। ਗਿਰਾਂ ਦਾ ਇੱਕ ਵਾਸੀ ਪਠਾਨ ਨੰਗਿਆ ਸੀ ਤਾਂ ਇਹ ਸਧਾਰਨ ਆਦਮੀ, ਪਰ ਹੈਸੀ ਭਲਾ, ਚਿਹਰਾ ਦੇ ਕੇ ਭਲਾ ਲੱਗਿਓ ਸੂ ਚਿੱਤ ਨੂੰ। ਤਾਂ ਕਹਿਣ ਲੱਗਾ, ਸਰਬ ਦੇਸ਼ਾਂ ਦੇ ਮਾਲਕ ਜੀ ਨੂੰ ਪਰਦੇਸੀ ਜਾਪਦੇ ਹੋ, ਕਿੱਧਰੋਂ ਆਏ, ਕਿੱਧਰ ਜਾ ਰਹੇ ਹੋ? ਪਿੰਡ ਵਿੱਚ ਕਿਸੇ ਦੀ ਸੂਹ ਸਿਆਣ ਪੁੱਛਣੀ ਹੋਵੇ ਤਾਂ ਮੈਂ ਦੱਸਾਂ, ਨਹੀਂ ਸਿਆਣ ਕਿਸੇ ਦੀ ਤਾਂ ਮੈਂ ਕੋਈ ਖਿਦਮਤ ਬਜਾ ਲਿਆਵਾਂ। ਸਤਿਗੁਰੂ ਜੀ ਮੁਸਕਰਾਏ ਤੇ ਬੋਲੇ, ਭਲੇ ਪੁਰਖਾ, ਸਾਈਂ ਤੇਰਾ ਭਲਾ ਕਰੇ। ਅਸੀਂ ਖੁਦਾਵੰਦ ਕਰੀਮ ਦੇ ਬੰਦੇ ਹਾਂ, ਇੱਥੇ ਬੈਠੇ ਹਾਂ ਕਿ ਨਗਰ ਵਿੱਚ ਅਸਾਂ ਇੱਕ ਸੱਜਣ ਨੂੰ ਮਿਲਣਾ ਹੈ, ਉਸ ਨਾਲ ਕੁਛ ਕਾਜ ਹੈ ਸਾਡਾ। ਪਠਾਨ, ਉਸ ਦਾ ਨਾਮ ਚਾਹ ਦੱਸੋ ਤਾਂ ਮੈਂ ਦੱਸ ਸਕਾਂਗਾ ਕਿ ਇੱਥੇ ਹੈ ਕਿ ਨਹੀਂ। ਗੁਰੂ ਜੀ, ਉਹ ਖੱਤਰੀ ਹੈ, ਪਠਾਨ ਜਾਂ ਅਫਗਾਨ ਨਹੀਂ। ਉਸ ਦਾ ਨਾਮ ਹੈ ਮਾਨ ਚੰਦ, ਉਸ ਦੇ ਪਿਤਾ ਦਾ ਨਾਮ ਹੈ ਖਾਨ ਚੰਦ। ਪਠਾਨ, ਫਿਰ ਸਾਈਂ ਦੇ ਸਾਜੇ ਹੋਏ ਜੀ, ਆਪ ਚਲੋ ਪਿੰਡ, ਮੈਂ ਨਾਲ ਲੈ ਚੱਲਾਂ ਤੇ ਘਰ ਅਪੜਾ ਦਿਆਂ। ਮਾਨ ਚੰਦ ਹੈ ਪਿੰਡ ਵਿੱਚ ਖਾਨ ਚੰਦ ਦਾ ਪੁੱਤਰ, ਸੋਹਣਾ ਬੀਬਾ ਆਦਮੀ ਹੈ, ਸਾਰਿਆਂ ਦਾ ਸਨਮਾਨਤ ਹੈ। ਗੁਰੂ ਜੀ, ਤੂੰ ਬੰਦੇ ਖੁਦਾ ਦੇ, ਬਹੁਤ ਚੰਗਾ ਹੈ, ਸੁਖੀ ਰਹੋ। ਸਾਡਾ ਸੰਕਲਪ ਪਿੰਡ ਵਿੱਚ ਜਾਣ ਦਾ ਨਹੀਂ, ਉਹ ਆਪ ਹੀ ਸਾਨੂੰ ਆ ਮਿਲੇਗਾ। ਖਾਨ ਨੇ ਝੁੱਕ ਕੇ ਤਸਲੀਮ ਕੀਤੀ ਤੇ ਕਿਹਾ, ਬਹੁਤ ਅੱਛਾ ਜੀਓ, ਉਹ ਆਪ ਨੂੰ ਆਪ ਹੀ ਕੇ ਮਿਲੇਗਾ। ਵੱਡੇ ਲੋਕ ਆਪਣੇ ਉੱਚੇ ਟਿਕਾਣੇ ਹੀ ਸ਼ੋਭਦੇ ਹਨ। ਤੁਹਾਡਾ ਮਕਾਨ ਬੇਪਰਵਾਹੀ ਵਾਲਾ ਹੀ ਤੁਹਾਡਾ ਤਖਤ ਹੈ। ਭਾਗਾਂ ਵਾਲਾ ਮਾਨਚੰਦ ਹੀ ਟੁਰ ਕੇ ਆਵੇ ਤਾਂ ਹੀ ਸੋਹਣਾ ਹੈ। ਵਾਹ ਵਾਹ ਖੁਦਾ ਦੇ ਰੰਗ। ਤਸਲੀਮ ਕਰਕੇ ਉਹ ਭਲਾ ਪੁਰਖ ਚਲਾ ਗਿਆ। ਜਾ ਮਾਨਚੰਦ ਨੂੰ ਮਿਲਿਆ, ਆਖਣ ਲੱਗਾ, ਭਲੇ ਪੁਰਖ ਜੀਓ, ਬਾਹਰ ਪਿੰਡੋਂ ਫਕੀਰ ਬੈਠੇ ਹਨ, ਕੋਈ ਦੀਦ ਵਾਲੇ ਤੇ ਦੀਦਿਆਂ ਵਾਲੇ ਦਿਸਦੇ ਹਨ। ਇੱਕ ਤਾਂ ਦੇਖਦਿਆਂ ਹੀ ਠੰਡ ਪਾਉਂਦਾ ਹੈ, ਸਾਡੇ ਵਰਗੇ ਰੁੱਖੜਾਂ ਨੂੰ ਵੀ ਸਵਾਦ ਆਉਂਦਾ ਹੈ। ਮਾਨਚੰਦ, ਫੇਰ ਤੁਸੀਂ ਵਾਰਤਾਲਾਪ ਕਰ ਆਏ ਹੋ? ਪਠਾਨ, ਜੀ ਹਾਂ, ਇੰਨੀ ਹੀ ਬਾਤਚੀਤ ਹੋਈ ਹੈ ਕਿ ਤੁਹਾਨੂੰ ਮਿਲਣ ਆਏ ਹਨ, ਪਰ ਆਖਦੇ ਸਨ ਕਿ ਉਹ ਸਾਨੂੰ ਆਪੇ ਆ ਮਿਲੇਗਾ। ਮਾਨਚੰਦ ਨੇ ਜਦ ਉਹਨਾਂ ਦੇ ਪਤੇ ਪੁੱਛੇ ਤਾਂ ਪਠਾਨ ਇੰਨਾ ਹੀ ਦੱਸ ਸਕਿਆ ਕਿ ਲਿਬਾਸ ਕੁਛ ਮੁਸਲਮਾਨੀ ਫਕੀਰ ਦਾ ਤੇ ਕੁਛ ਹਿੰਦੂ ਫਕੀਰ ਦਾ ਹੈ। ਨਾਮ ਪਤਾ ਨਹੀਂ, ਪਰ ਨੁਹਾਰ ਤੋਂ ਹਿੰਦੀ ਖਿਆਲ ਪੈਂਦੇ ਹਨ। ਤਾਂ ਮਾਨਚੰਦ ਕੁਛ ਵਿਚਾਰ ਕੀਤੀ ਤੇ ਬੋਲਿਆ, ਖਾਨ ਜੀ, ਇਸ ਪ੍ਰਕਾਰ ਦੇ ਕੋਈ ਸਾਧੂ ਮੇਰੇ ਤਾਂ ਜਾਣੂ ਨਹੀਂ ਹਨ। ਪਠਾਨ, ਮਾਨਚੰਦ, ਨਾ ਸਹੀ ਸਿਆਣੂ, ਸਾਧੂ ਨੂੰ ਮਿਲਣੇ ਦਾ ਦੋਸ਼ ਤਾਂ ਨਹੀਂ ਹੈ, ਭਲਾ ਹੀ ਹੈ, ਭਲੇ ਦਾ ਦਰਸ਼ਨ ਕਿੱਥੇ, ਮੈਂ ਤਾਂ ਦਰਸ਼ਨ ਨਾਲ ਹੀ ਖੁਸ਼ ਹੋ ਕੇ ਆਇਆ ਹਾਂ। ਤਦ ਮਾਨਚੰਦ ਉੱਠਿਆ, ਕੁਝ ਭੇਟਾਂ ਵਜੋਂ ਮੇਵਾ ਲਿਓ ਤੇ ਪਤਾ ਪੁੱਛ ਕੇ ਉਸ ਟਿਕਾਣੇ ਆਇਆ।
ਅੱਗੇ ਧਰ ਕੇ ਮੱਥਾ ਟੇਕਿਓ ਉਸ ਦੇ ਸਾਹਮਣੇ ਬਹਿ ਕੇ ਲੱਗਾ ਤੱਕ ਕੇ ਕਿ ਇਹੋ ਸਮਝੋ ਕਿ ਅੱਗੇ ਦੇ ਮਿਲੇ ਗਿਲੇ ਸਿਆਣੇ ਸਿਵਾਤੇ ਨਹੀਂ ਹੋਏ, ਪਰ ਫਿਰ ਵੀ ਓਪਰੇ ਨਾ ਪਾਸਨ। ਜੋ ਗੱਲ ਪਠਾਨ ਨੇ ਆਖੀ ਸੀ ਕਿ ਦਰਸ਼ਨ ਕਰਕੇ ਜੀ ਸੁਖੀ ਹੁੰਦਾ ਹੈ, ਮਾਨਚੰਦ ਨੇ ਵੀ ਇਹੋ ਗੱਲ ਆਖੀ, ਪਰ ਉਸ ਦੇ ਮਨ ਪਰ ਉਹ ਹੈਰਾਨੀ ਵਧੇਰੇ ਛਾ ਰਹੀ ਸੀ ਕਿ ਜਿਸ ਨੂੰ ਮੈਂ ਨਹੀਂ ਜਾਣਦਾ ਉਹ ਮੈਨੂੰ ਕਿਵੇਂ ਸਿਆਣਦਾ ਹੈ। ਇਸ ਹੈਰਾਨੀ ਵਿੱਚ ਪਰ ਫਿਰ ਦਰਸ਼ਨ ਸੋਹਣੇ ਲੱਗ ਰਹੇ ਦੇ ਭਾਵ ਵਿੱਚ ਬੈਠਾ ਸੀ ਕਿ ਗੁਰੂ ਜੀ ਨੇ ਪੁੱਛਿਆ, ਮਾਨਚੰਦ ਸਭ ਤਰ੍ਹਾਂ ਸੁੱਖ ਸਾਂਦ ਹੈ? ਮਾਨਚੰਦ, ਸ਼੍ਰੀ ਜੀਓ ਜੀ, ਸੁੱਖ ਸਾਂਦ ਇੰਜ ਪੁੱਛਦੇ ਹੋ ਜਿਵੇਂ ਅੱਗੇ ਦੇ ਸਿਆਣੇ ਪੁੱਛਦੇ ਹਨ। ਆਪ ਕਿੱਧਰੋਂ ਆਏ ਹੋ, ਕੀ ਵੇਸ ਹੈ ਤੇ ਮੇਰੇ ਗੋਚਰੀ ਸੇਵਾ ਕੋਈ? ਗੁਰੂ ਜੀ, ਲੱਗੇ ਹੋਏ ਤੇ ਕੁਛ ਕਰ ਰਹੇ ਸਾਈਂ ਦੇ ਰਾਹੇ ਟੁਰਨ ਵਾਲੇ ਕਿਸੇ ਤਾਰ ਪਰੋਤੇ ਹੁੰਦੇ ਹਨ। ਉਹਨਾਂ ਦੀ ਸਿਆਣ ਆਪਣਤ ਦੇ ਕਾਰਨ ਹੁੰਦੀ ਹੈ। ਦੇਸ਼ ਸਾਡਾ ਨਿਰੰਕਾਰ ਹੈ, ਕੰਮ ਤੁਸਾਂ ਨਾਲ ਹੀ ਹੈ, ਕੁਛ ਸੁਨੇਹਾ ਪੱਤਾ ਹੈ। ਮਾਨਚੰਦ, ਮੈਂ ਵੇਸ ਵੇਖ ਕੇ ਅਸਚਰਜ ਹੋ ਰਿਹਾ ਹਾਂ, ਹੁਣ ਗੱਲਾਂ ਸੁਣ ਕੇ ਅਸਚਰਜ ਹੋ ਰਿਹਾ ਹਾਂ। ਗੁਰੂ ਜੀ, ਅਸਚਰਜ ਤਾਂ ਇਹ ਹੈ ਕਿ ਜਗਤ ਵਿੱਚ ਸਦਾ ਨਹੀਂ ਰਹਿਣਾ। ਫਿਰ ਜਗਤ ਦੇ ਸਮਾਨ ਇਕੱਠੇ ਕਰਨ ਵਿੱਚ ਲੱਗਾ ਰਿਹਾ ਹੈ ਸਭ ਕੋਈ, ਸਗੋਂ ਝੂਠ ਛਲ ਵੀ ਕਰਕੇ ਜਗਤ ਲੱਗ ਰਿਹਾ ਹੈ ਇਸ ਵਿੱਚ ਜਿਵੇਂ ਸਦਾ ਰਹਿਣਾ ਹੈ ਇੱਥੇ। ਫਿਰ ਇਹ ਅਸਚਰਜ ਸਾਨੂੰ ਲੱਗ ਰਿਹਾ ਹੈ ਕਿ ਜੋ ਰੰਗ ਸਦਾ ਰਹਿਣ ਵਾਲਾ ਹੈ ਉਸ ਦਾ ਫਿਕਰ ਨਹੀਂ ਕਿਸੇ ਨੂੰ। ਮਾਨਚੰਦ, ਠੀਕ ਆਖਿਆ ਨੇ, ਪਰ ਸਦਾ ਰਹਿਣ ਵਾਲੇ ਦਾ ਥੋਹ ਨਹੀਂ ਨਾ ਪੈਂਦਾ, ਕਿੱਥੇ ਹੈ ਤੇ ਕਿਵੇਂ ਹੈ। ਮੈਂ ਤਾਂ ਬਹੁਤ ਯਤਨ ਕਰਾ ਕੇ ਇੱਥੇ ਟਿਕਾ ਰਿਹਾ ਹਾਂ ਕਿ ਭਲਾਈ ਕਰੀ ਚੱਲੋ, ਹੋਰ ਥੋਹ ਕੁਛ ਨਹੀਂ ਪੈਂਦਾ। ਗੁਰੂ ਜੀ, ਇਸ ਕਰਕੇ ਤੇਰੇ ਦਿਨ ਚੰਗੇ ਲੱਗਦੇ ਹਨ, ਲੋਕੀ ਸਤਿਕਾਰ ਕਰਦੇ ਹਨ, ਪਰ ਕੋਈ ਹੋਰ ਦੌਲਤ ਵੀ ਹੈ ਜੋ ਤੂੰ ਇਕੱਠੀ ਕਰਨੀ ਹੈ। ਮਾਨਚੰਦ, ਸਾਹ ਭਰ ਕੇ, ਕੁਛ ਥੋਹ ਨਹੀਂ ਲੱਗਦਾ। ਗੁਰੂ ਜੀ, ਰਾਤ ਨੀਂਦ ਵਿੱਚ ਮਰਨ ਤੁਲ ਹੋ ਜਾਈਦਾ ਹੈ, ਸਵੇਰੇ ਫਿਰ ਜਿਉ ਪਈਦਾ ਹੈ, ਦੱਸ ਥੋਹ ਕੀ ਪੈਂਦਾ ਹੈ? ਮਾਨਚੰਦ, ਠੀਕ ਹੈ। ਗੁਰੂ ਜੀ, ਥੋਹ ਕਿਸੇ ਸ਼ੈ ਦੇ ਰਚਨਹਾਰ ਨੂੰ ਪੈਂਦਾ ਹੈ, ਰਚੀ ਹੋਈ ਨੂੰ ਰਚਨਹਾਰ ਦਾ ਥੋਹ ਕਿਵੇਂ ਪਵੇ? ਜਿਸ ਦੀ ਇਹ ਰਚਨਾ ਹੈ ਉਹ ਇਸ ਨੂੰ ਜਾਣਦਾ ਤੇ ਦੇਖਦਾ ਹੈ, ਅਸੀਂ ਰਚੇ ਹੋਏ ਜੀਵ ਕੀ ਆਖੀਏ? ਹੇ ਭਾਈ, ਉਹ ਜੋ ਵਾੜੀ ਲਗਾਵਨਹਾਰਾ ਹੈ ਉਹ ਆਪ ਜਾਣਦਾ ਹੈ, ਭਾਵ ਕਰਨਹਾਰ ਹੀ ਜਾਣਨਹਾਰ ਹੈ, ਕੀਤਾ ਹੋਇਆ ਕਰਨਹਾਰ ਦਾ ਜਾਣਨਹਾਰ ਨਹੀਂ ਹੋ ਸਕਦਾ। ਮਾਨਚੰਦ, ਪਤਾ ਨਹੀਂ ਲੱਗਦਾ ਕਿ ਮਨ ਨੂੰ ਕੀ ਸੁਭਾਅ ਪਿਆ ਹੋਇਆ ਹੈ ਕਿ ਜਾਣਨ ਦਾ ਬੜਾ ਸ਼ੌਕੀਨ ਹੈ, ਜਾਣੇ ਬਿਨਾਂ ਭਤੀਜਦਾ ਨਹੀਂ। ਗੁਰੂ ਜੀ, ਇਸ ਸਰੀਰ ਨੇ ਦੁਨੀਆ ਵਿੱਚ ਆਪਣਾ ਪਾਲਣ ਪੋਖਣ ਨਿਰਬਾਹ ਕਰਨਾ ਹੋਇਆ, ਮਨ ਰਥਵਾਈ ਹੈ ਸਰੀਰ ਦਾ, ਉਹਦੇ ਵਿੱਚ ਜਾਣਨੇ ਦਾ ਸ਼ੌਂਕ ਕੁਦਰਤੀ ਬਾਤ ਹੈ। ਜਾਣੇ ਤਾਂ ਹੀ ਨਿਰਬਾਹ ਟੋਰੇ ਤੇ ਸੁੱਖ ਦੀ ਸਲਾਮਤੀ ਦੇ ਸਮਾਨ ਕਰੇ। ਵਸਣਾ ਆਪਣੇ ਆਲੇ ਦੁਆਲੇ ਵਿੱਚ, ਜਾਣਨਾ ਇਸ ਵਸਣ ਰਸਣ ਲਈ ਸੁਖਦਾਈ ਤੇ ਜ਼ਰੂਰੀ ਹੈ, ਪਰ ਮੁਸ਼ਕਲ ਤਾਂ ਇਹ ਹੈ ਕਿ ਜੋ ਸ਼ੈ ਕਦੇ ਸਾਹਮਣੇ ਦਿਸਣ ਦਾ ਰੂਪ ਨਹੀਂ ਲੈਂਦੀ, ਦ੍ਰਿਸ਼ਟਮਾਨ ਨਹੀਂ ਹੁੰਦੀ, ਉਹ ਸਾਡੇ ਜਾਣਨ ਦਾ ਵਿਸ਼ਾ ਅਰਥਾਤ ਜਾਣਨ ਦਾ ਦ੍ਰਿਸ਼ ਕਿਸ ਤਰ੍ਹਾਂ ਬਣੇ? ਮਨ ਤੇ ਬੁੱਧ ਹੋਏ ਦ੍ਰਿਸ਼ਟਮਾਨ ਨੂੰ ਜਾਣਨਹਾਰ, ਇਹ ਕੀਕੂ ਜਾਣਨ ਉਸ ਨੂੰ ਜੋ ਦ੍ਰਿਸ਼ਟਾ ਹੈ ਤੇ ਜੋ ਦ੍ਰਿਸ਼ਟਮਾਨ ਨਹੀਂ ਹੈ। ਜੋ ਦਿਸਦਾ ਹੈ ਉਹ ਹੱਦਬੰਦੀ ਵਾਲਾ, ਗਿਣਤੀ ਮਿਣਤੀ ਵਾਲਾ ਹੈ, ਜੋ ਅਮਿਤ ਹੈ, ਅਣਗਿਣਤ ਹੈ, ਉਹ ਮਿਤ ਵਾਲੇ ਮਨ ਦਾ ਦਿਸਣਹਾਰ ਕੀਕੂ ਬਣੇ। ਇਸ ਲਈ ਦ੍ਰਿਸ਼ਟਾ ਨੂੰ ਦ੍ਰਿਸ਼ਟਮਾਨ ਰੂਪ ਵਿੱਚ ਜਾਣਨ ਦੀ ਇੱਛਾ ਕਰਨੀ ਠੀਕ ਨਹੀਂ। ਹਾਂ, ਜੇ ਅਸੀਂ ਉਸ ਰਾਹੇ ਪਈਏ ਜੋ ਦ੍ਰਿਸ਼ਟਮਾਨ ਦੇ ਉਲਟ ਹੈ ਤਾਂ ਹੋਰ ਕੋਈ ਤਰੀਕਾ ਹੈ ਜਾਣਨ ਦਾ, ਪ੍ਰਤੀਤ ਕਰ ਲੈਣ ਦਾ। ਅਨਭਉ ਕਹਿੰਦਾ ਹੈ ਜਿਸ ਨੂੰ, ਉਹ ਜਾਗ ਪੈਂਦਾ ਹੈ ਉਸ ਰਾਹੇ ਟੁਰਿਆ। ਹਾਂ, ਇੱਕ ਹੋਰ ਬੁੱਧੀ ਜੰਮਦੀ ਹੈ, ਸੁੱਧ ਸਿੱਧ ਕਹਿ ਲਈਦਾ ਹੈ ਉਸ ਨੂੰ ਸੋਝੀ ਹੋ ਆਉਂਦੀ ਹੈ, ਫਿਰ ਭਤੀਜਣ ਵਾਲੀ ਭੁੱਖ ਤ੍ਰਿਪਦੀ ਹੈ। ਮਾਨਚੰਦ, ਫਿਰ ਭਰੋਸਾ ਧਾਰ ਕੇ ਟੁਰੇ, ਕੀ ਕਰੀਦਾ ਹੈ? ਨੇਕੀ ਕਰੀ ਚੱਲੇ ਕਿ ਕੁਛ ਹੋਰ ਵੀ? ਗੁਰੂ ਜੀ, ਜਾਂ ਇਉਂ ਕਹੋ ਕਿ ਅਕਲ ਨਾਲ ਕਿ ਮਨ ਨਾਲ ਸੋਚ ਲਵੇ ਕਿ ਮਰਨਾ ਬਰਹਕ ਹੈ, ਫਿਰ 4 ਦਿਨਾਂ ਦਾ ਜੀਵਨ ਹੈ, ਇਸ ਜੀਵਨ ਵਿੱਚ ਬਦੀ ਕਿਉਂ ਕਰੇ? ਪੀੜਾ ਆਪ ਨੂੰ ਬੁਰੀ ਲੱਗਦੀ ਹੈ, ਦੂਏ ਨੂੰ ਵੀ ਉਹੋ ਜਿਹੀ ਬੁਰੀ ਲੱਗਦੀ ਹੈ, ਤਾਂ ਤੇ ਪੀੜ ਕਾਸ ਨੂੰ ਦੇਵੇ, ਸੁੱਖ ਦੇਵੇ ਦੇ ਸਕੇ ਤਾਂ। ਮਾਨਚੰਦ, ਬਸ ਮੈਂ ਇੱਥੋਂ ਤਾਈਂ ਚੱਲਦਾ ਹਾਂ, ਅੱਗੋਂ? ਗੁਰੂ ਜੀ, ਭਾਈ ਇੱਥੇ ਬਸ ਨਹੀਂ ਨਾ। ਵਾਹਿਗੁਰੂ ਜੀ ਨੇ ਆਪਣੇ ਉੱਚੇ ਸੁੱਚੇ ਪਿਆਰਿਆਂ ਨੂੰ ਆਪਣਾ ਅਨੁਭਵ ਦਿੱਤਾ ਹੈ। ਉਹ ਦੱਸਦੇ ਹਨ ਕਿ ਜਗਤ ਦਾ ਮਾਲਕ ਹੈ, ਉਸ ਦੀ ਪ੍ਰੀਤ ਸੱਚੇ ਸੁੱਖਾਂ ਦਾ ਮੂਲ ਹੈ। ਦੁਨੀਆ ਦੀ ਪ੍ਰੀਤ ਵਿੱਚ ਦੁਨੀਆ ਦੇ ਵਿਛੋੜੇ ਵੇਲੇ ਪੀੜਾ ਹੈ, ਉਸ ਦੀ ਪ੍ਰੀਤ ਵਿੱਚ ਸਦਾ ਸੁੱਖ ਹੈ, ਕਿਉਂਕਿ ਉਹ ਸਦਾ ਜੋ ਰਹਿੰਦਾ ਹੋਇਆ। ਉਸ ਦੀ ਪ੍ਰੀਤ ਵਾਲੇ ਸੂਖਮ ਸੁੱਖ ਦੇ ਮਾਨਨਹਾਰ ਹੋ ਚੁੱਕੇ ਹੋਣਗੇ,
ਇਸ ਕਰਕੇ ਮਰਨ ਮਗਰੋਂ ਉਹ ਸੂਖਮ ਸੁੱਖਾਂ ਵਿੱਚ ਸੁੱਖ ਪਾਉਣਗੇ। ਪਰ ਦੁਨੀਆ ਦੀ ਪ੍ਰੀਤ ਵਾਲੇ ਸਰੀਰ ਬਿਨਸ ਜਾਣ ਕਰਕੇ ਤੇ ਸਰੀਰਕ ਭੋਗਾਂ ਦੇ ਮੁੱਕ ਜਾਣ ਕਰਕੇ ਆਪਣੇ ਵਿੱਚ ਸਰੀਰਕ ਭੋਗਾਂ ਦੀ ਇੱਛਾ ਵੇਖ ਕੇ ਦੁਖੀ ਹੋਣਗੇ, ਕਿਉਂਕਿ ਉਸ ਵੇਲੇ ਭੋਗਣ ਵਾਲਾ ਸਰੀਰ ਤਾਂ ਹੋਣਾ ਨਹੀਂ, ਪਰ ਭੋਗ ਦੀ ਭੁੱਖ ਅਤ੍ਰਿਪਤ ਰਹਿੰਦੀ ਹੈ। ਇਸ ਪ੍ਰਕਾਰ ਕੀਤੇ ਮਾੜੇ ਕੰਮਾਂ ਦੇ ਪਛਤਾਵੇ ਸਾੜਦੇ ਹਨ ਅਤੇ ਕਈ ਤਰ੍ਹਾਂ ਦੇ ਔਖ ਵਾਪਰਦੇ ਹਨ। ਸੋ ਅਸੀਂ ਤਾਂ ਜਗਤ ਦਾ ਰੁਖ ਸੰਸਾਰਕ ਸੁੱਖਾਂ ਵਿੱਚ ਅਤ੍ਰਿਪਤ ਤ੍ਰਿਸ਼ਨਾ ਵਾਲਾ ਮੋੜਨਾ ਹੈ ਤੇ ਸਦਾ ਸੁੱਖ ਵਾਲਾ ਪਾਉਣਾ ਹੈ। ਜਿਉਂਦੇ ਸੁਖੀਏ ਤੇ ਮਰ ਕੇ ਸੁਹੇਲੇ ਬਣਾਉਣਾ ਹੈ। ਮੈਂ ਤਾਂ ਇਸ ਰੰਗ ਵਿੱਚ ਹਾਂ ਕਿ ਆਪ ਸਿਮਰਾਂਗਾ, ਸਿਮਰਾਵਾਂਗਾ, ਜਿਸ ਨਾਲ ਸਦਾ ਸੁੱਖ ਹੋਵੇ। ਕਿਉਂਕਿ ਜਿਸ ਨੇ ਸਰੀਰ ਦੇ ਹੁੰਦਿਆਂ ਨਿਰੰਕਾਰ ਰੂਪੀ ਮਾਲਕ ਦਾ ਪਿਆਰ ਨਹੀਂ ਮਾਣਿਆ, ਉਹ ਪਛਤਾਉਂਦਾ ਹੈ ਜਦੋਂ ਰਾਤ ਮੁੱਕ ਜਾਂਦੀ ਹੈ ਤੇ ਦਿਨ ਚੜ੍ਹਦਾ ਹੈ ਤਾਂ ਉਹ ਹੱਥ ਮਲਦਾ ਹੈ ਤੇ ਸਿਰ ਧੁਣਦਾ ਹੈ। ਮਾਨ ਚੰਦ, ਇਤਨਾ ਕਿਉਂ ਪਛਤਾਵਾ? ਗੁਰੂ ਜੀ, ਤਦੋਂ ਪਤਾ ਲੱਗਦਾ ਹੈ ਕਿ ਮਨੁੱਖਾ ਜਨਮ ਕੋਈ ਅਵਸਰ ਸੀ ਆਤਮ ਉੱਨਤੀ ਦਾ, ਉਹ ਹੱਥੋਂ ਚਲਾ ਗਿਆ ਹੈ ਤੇ ਹੁਣ ਫਿਰ ਜਨਮ ਛੇਤੀ ਹੀ ਖੇਡ ਨਹੀਂ। ਜਿਵੇਂ ਕੋਈ ਚੌਂਪੜ ਖੇਲਦਾ ਹੋਵੇ ਤਾਂ ਉਸ ਦੀ ਨਰਦ ਘਰੋਂ ਚੁੱਕ ਲਈ ਜਾਵੇ ਤਾਂ ਪਛਤਾਵਾ ਹੁੰਦਾ ਹੈ, ਉਸ ਤਰ੍ਹਾਂ ਜਿਉਂਦੇ ਜੀ ਪਰਮੇਸ਼ਰ ਜੀ ਨੂੰ ਨਾ ਮਿਲਣ ਦਾ ਜੋ ਅਵਸਰ ਐਵੇਂ ਚਲਾ ਗਿਆ, ਉਸ ਦਾ ਪਛਤਾਵਾ ਹੀ ਰਹਿ ਜਾਂਦਾ ਹੈ। ਕਿਉਂਕਿ ਮਰ ਕੇ ਸਾਫ਼ ਦਿਸ ਪੈਂਦਾ ਹੈ ਕਿ ਜਦੋਂ ਫੇਰ ਵਾਰੀ ਮਨੁੱਖ ਜਨਮ ਦੀ ਆਵੇਗੀ ਤਦੋਂ ਪਿਆਰੇ ਨਾਲ ਪਿਆਰ ਕਰਨ ਦਾ ਅਵਸਰ ਫਿਰ ਮਿਲੇਗਾ। ਮਾਨ ਚੰਦ ਠੰਡਾ ਸਾਹ ਲੈ ਕੇ, ਸਾਨੂੰ ਆਪ ਨੂੰ ਦਿਸੇ ਭਲੀਵੇ ਨਾ ਤੇ ਫਲ ਇੰਨਾ ਲੰਮਾ ਤੇ ਭੈਦਾਇਕ ਹੋਵੇ, ਫਿਰ ਕਰੇ ਕੀ ਜੀਵ ਵਿਚਾਰਾ। ਗੁਰੂ ਜੀ, ਰਾਹ ਤਾਂ ਸੌਖਾ ਹੈ ਜੇਕਰ ਮਨ ਮਾਇਆ ਦੇ ਮਦ ਤੇ ਐਸ਼ਵਰਜ ਦੇ ਮਾਨ ਵਿੱਚ ਬੇਸੁੱਧ ਨਾ ਹੋਵੇ ਤਾਂ। ਵਿਚਾਰ ਕਰੋ ਕਿ ਕੀ ਕੋਈ ਕੰਤ ਦੇ ਪਿਆਰੇ ਹਨ ਜੋ ਮੇਥੋਂ ਗੁਣਾਂ ਵਿੱਚ ਵਧੇਰੇ ਹਨ, ਮੇਰੇ ਵਿੱਚ ਆਏ ਹੋਏ ਵਿਚਾਰ ਕਰੋ ਕਿ ਕੀ ਕੋਈ ਕੰਤ ਪਰਮੇਸ਼ਰ ਦੇ ਪਿਆਰੇ ਹਨ ਜੋ ਮੇਥੋਂ ਲਿਵ ਕੇ ਸਿਮਰਨ, ਸਿਦਕ, ਪ੍ਰੇਮ ਆਦਿ ਗੁਣਾਂ ਵਿੱਚ ਵਧੇਰੇ ਹਨ। ਉਹ ਗੁਣ ਉਹਨਾਂ ਵਿੱਚ ਹਨ ਕਿ ਜੋ ਮੇਰੇ ਵਿੱਚ ਨਹੀਂ ਆਏ ਹੋਏ। ਤਾਂ ਫਿਰ ਸੋਚ ਲੈ, ਸਮਝ ਆ ਜਾਵੇਗੀ ਕਿ ਮੈਂ ਕਿਸੇ ਪਰ ਕੀ ਦੋਸ਼ ਲਾਵਾਂ। ਮੇਰਾ ਆਪਣਾ ਆਪ ਹੀ ਗੁਣਹੀਨ ਹੈ ਤਾਂ ਤੇ ਦੋਸ਼ੀ ਮੈਂ ਹੀ ਹਾਂ। ਮਾਨ ਚੰਦ ਲੰਮਾ ਸਾਹ ਭਰ ਕੇ, ਫਿਰ ਜੀ ਰਾਹ ਇੱਥੋਂ ਫਿਰ ਨਾ ਲੱਭਾਂ, ਹਾਵਾ ਹੀ ਪੱਲੇ ਰਹਿ ਗਿਆ ਨਾ। ਗੁਰੂ ਜੀ, ਹਾਵੇ ਵਿੱਚ ਕਿਉਂ ਜਾਵੇ, ਜਗਿਆਸੂ ਸਦਾ ਸਾਵਧਾਨ ਲੋੜੀਏ। ਸਾਵਧਾਨ ਰਿਹਾ ਵਿਚਾਰ ਫੁਰਦੀ ਹੈ ਤੇ ਦੂਰ ਤੱਕ ਰਸਤਾ ਦਿਖਾਲਦੀ ਹੈ। ਮਾਨ ਚੰਦ, ਭਲਾ ਜੀ ਇੱਥੋਂ ਹੁਣ ਵਿਚਾਰ ਕੀ ਰਾਹ ਕੱਢੇਗੀ ਸਿਵਾ ਸਿਰ ਧੁੰਨਣ ਦੇ। ਗੁਰੂ ਜੀ, ਵਿਚਾਰ ਕਹੇਗੇ ਕਿ ਜਿਨ੍ਹਾਂ ਸਖੀਆਂ ਨੇ ਵਾਹਿਗੁਰੂ ਰੂਪਤੀ ਨਾਲ ਮਿਲਾਪ ਪਾ ਲਿਆ ਹੈ, ਉਹਨਾਂ ਨੂੰ ਚੱਲ ਕੇ ਪੁੱਛਾਂ, ਪੈਰੀ ਪਵਾਂ, ਬੇਨਤੀਆਂ ਕਰਾਂ, ਜਿਸ ਕਿਸੇ ਤਰ੍ਹਾਂ ਹੋ ਸਕੇ ਪਤੀ ਪ੍ਰਾਪਤੀ ਦਾ ਰਾਹ ਉਹਨਾਂ ਕੋਲੋਂ ਪੁੱਛ ਲਵਾਂ। ਮਾਨ ਚੰਦ ਹੱਸ ਕੇ, ਫਿਰ ਦਾਤਾ ਜੀਓ, ਸੋਹਣੇ ਲੱਗਣੇ ਪਏ ਹੋ ਤੇ ਮਨ ਹੌਲਾ ਹੌਲਾ ਹੁੰਦਾ ਜਾਂਦਾ ਹੈ। ਦੱਸੋ ਨਾ, ਮੈਂ ਹੁਣ ਹੋਰ ਸੁਹਾਗਣਾ ਪਰਮੇਸ਼ਰ ਪ੍ਰੀਤਮ ਦੀਆਂ ਕਿੱਥੋਂ ਢੋਲਣ ਜਾਵਾਂ। ਸਨਮੁਖ ਬੈਠੇ ਹੋ, ਮੈਂ ਮਿੰਨਤ ਜੋਦੜੀ ਕਰਕੇ ਆਪ ਦੇ ਚੰਨਾਂ ਦੀ ਧੂੜ ਹੋ ਕੇ ਮਾਰਗ ਪੁੱਛਦਾ ਹਾਂ, ਰਾਹੇ ਪਾ ਦਿਓ ਇਸ ਅਟਕੇ ਖੱਲੇ ਨੂੰ। ਗੁਰੂ ਜੀ, ਭਾਈ ਅਸੀਂ ਤਾਂ ਹੁਕਮ ਵਿੱਚ ਵਰਤ ਰਹੇ ਹਾਂ, ਆਪੂ ਤਾਂ ਹਾਂ ਨਹੀਂ। ਹੁਕਮ ਦੇ ਬੱਦੇ ਤੈਨੂੰ ਅਟਕੇ ਖੱਲੇ ਨੂੰ ਅਗੇਰੇ ਟੋਰਨ ਆਏ ਹਾਂ। ਤੈਨੂੰ ਦੱਸ ਚੁੱਕੇ ਹਾਂ ਕਿ ਜਪਣਾ ਤੇ ਜਪਾਉਣਾ ਪਿਆਰੇ ਦੇ ਨਾਮ ਦਾ ਇਹ ਸਾਡਾ ਕਿੱਤਾ ਹੈ। ਇਸ ਨਾਲ ਹਰ ਕਰਨ ਵਾਲੇ ਨੂੰ ਸਦਾ ਸੁੱਖ ਪ੍ਰਾਪਤ ਹੁੰਦਾ ਹੈ। ਮਾਨ ਚੰਦ, ਕੋਈ ਹੋਰ ਹਾਰ ਸ਼ਿੰਗਾਰ ਪਿਆਰੇ ਆਪਣੇ ਦੇ ਰਿਝਾਵਨ ਦਾ। ਗੁਰੂ, ਗੁਣਾਂ ਦੇ ਕਾਮਨ ਜਾਦੂ ਜਗਿਆਸੂ ਰੂਪ ਇਸਤਰੀ ਭਾਵੇਂ ਤਦ ਪਿਆਰੇ ਨੂੰ ਸਿਮਰਨ ਦੁਆਰਾ ਪਾ ਲਵੇਗੀ। ਮੁੱਖ ਗੁਣ ਦੋ ਹਨ। ਪਹਿਲਾ, ਉਸ ਪਿਆਰੇ ਦੇ ਹੁਕਮ ਨੂੰ ਪਛਾਣੇ ਅਤੇ ਹੁਕਮ ਪਛਾਣ ਕੇ। ਦੂਸਰਾ, ਉਸ ਦੇ ਨਿਰਮਲ ਭੈ ਨੂੰ ਚੰਦਨ ਸਮਝ ਕੇ ਸ਼ਿੰਗਾਰ ਵਾਂਗੂ ਲਾਵੇ। ਮਾਨ ਚੰਦ, ਕਿਵੇਂ? ਗੁਰੂ ਜੀ, ਅੰਤਰ-ਆਤਮੇ ਵਾਹਿਗੁਰੂ ਜੀ ਨੂੰ ਆਪਣੇ ਤੇ ਪਿਆਰ ਲਈ ਰਿਝਾਵਨ ਦਾ ਮਨਸ਼ਾ ਧਾਰ ਕੇ ਉਸ ਦੇ ਸਿਮਰਨ ਵਿੱਚ ਰਹੇ ਤੇ ਜੋ ਵਰਤੇ ਉਸ ਨੂੰ ਹੁਕਮ ਪਛਾਣੇ ਉਸ ਦਾ ਤੇ ਉਸ ਦੇ ਭੈ ਵਿੱਚ ਆਪਣੇ ਕੰਮ ਆਪਣੇ ਅਮਲ ਰੱਖੇ ਸਾਰ ਤ੍ਰੈ ਗੱਲਾਂ ਹਨ। ਨਾਮ ਜਪੇ ਜੋ ਲਿਵ ਲੱਗੀ ਰਹੇ ਤਦ ਅਪੜ ਪਵੇ। ਜੋ ਸੰਸਾਰ ਵਿੱਚੋਂ ਉਧਾਲਿਓ ਗੱਲ ਜਾਂ ਹੋਣਹਾਰ ਆ ਵਰਤੇ ਉਸ ਨੂੰ ਹੁਕਮ ਪਛਾਣੇ। ਜੋ ਕਰਮ ਕਰੇ ਸੋ ਉਸ ਦੇ ਭੈ ਵਿੱਚ ਕਰੇ। ਇਸ ਤਰ੍ਹਾਂ ਇਹਨਾਂ ਗੁਣਾਂ ਦੇ ਧਾਰਨ ਨਾਲ ਪਿਆਰਾ ਮਿਲਦਾ ਹੈ। ਮਾਨ ਚੰਦ ਸਾਹਿਬ ਜੀਓ, ਮੈਂ ਵੇਦਾਂਤ ਕਦੇ ਕੁਝ ਸੁਣਿਆ ਸੀ ਤਦ ਖਿਆਲ ਪਿਆ ਸੀ
ਕਿ ਮੇਲਾ ਕਾਦਾ ਮਿਲੇ ਹੀ ਪਏ ਹਾਂ। ਅਸੀਂ ਉਹ ਹਾਂ ਤੇ ਉਹ ਅਸੀਂ ਹਾਂ। ਮੈਂ ਮਨ ਵਿੱਚ ਤਾਣ ਲਾਇਆ ਤੇ ਸੰਕਲਪ ਬੱਧੇ ਕਿ ਮੈਂ ਉਹ ਹਾਂ, ਪਰ ਮੈਂ ਜੋ ਸਾਂ ਮਾਨ ਚੰਦ ਉਹ ਹੀ ਰਿਹਾ। ਕਦੇ ਕਦੇ ਕੋਈ ਬੁੱਲਾ ਚੜੇ, ਉਹ ਮੈਨੂੰ ਮਗਰੋਂ ਆਪਣਾ ਹੀ ਹੰਕਾਰ ਜਾਪੇ। ਇਹ ਭੁਲੇਵਾ ਸੀ ਕਿ ਕੀ ਸੀ? ਗੁਰੂ ਜੀ, ਹੇ ਭਾਈ, ਗੱਲਾਂ ਨਾਲ ਮੇਲ ਨਹੀਂ ਹੁੰਦਾ। ਭਾਵੇਂ ਕਿੰਨਾ ਪਾਵੇ ਲੋਚੀਏ, ਜੋ ਦਿਲ ਨੂੰ ਮਿਲਿਆ ਹੈ ਉਸ ਨੂੰ ਮਿਲ ਰਿਹਾ ਕਹੀਦਾ ਹੈ। ਭਾਈ ਮਾਨ ਚੰਦ ਸੁਣ, ਜੋ ਸ਼ੈ ਸਾਡੇ ਮਨ ਵਿੱਚੋਂ ਚਿੱਤ ਵਿੱਚ ਨਹੀਂ ਜਾ ਕੇ ਰਚ ਗਈ, ਉਹ ਸਾਨੂੰ ਪ੍ਰਾਪਤ ਕਾਦੀ? ਸਰੀਆਂ ਵਿਦਿਆ ਸਾਰੇ ਇਲਮ ਅੰਦਰ ਇੱਕੁਰ ਹੀ ਜਾ ਕੇ ਰਚਦੇ ਹਨ। ਇਨਸਾਨ ਦੀ ਪ੍ਰਾਪਤੀ ਇਹ ਹੈ ਕਿ ਜੋ ਸ਼ੈ ਸਿਮਰਤੀ ਵਿੱਚ, ਚੇਤੇ ਵਿੱਚ, ਯਾਦਗਿਰੀ ਵਿੱਚ, ਉਸ ਦੀਆਂ ਹੇਠਲੀਆਂ ਤਹਿਾਂ ਵਿੱਚ ਸਿੰਜਰ ਗਈ, ਉਹ ਉਸ ਦੀ ਆਪਣੀ ਸ਼ੈ ਬਣ ਗਈ ਹੈ। ਤਿਵੇਂ ਗੱਲਾਂ ਨਾਲ ਕਿਸੇ ਸ਼ਾਸਤਰ ਦਾ, ਕਿਸੇ ਮੱਤ ਦਾ ਸਿਧਾਂਤ ਸੁਣ ਕੱਥ ਲਿਆ, ਉਹ ਘੜੀ ਲੰਘ ਗਈ, ਸਾਡੇ ਪਾਸ ਕੀ ਰਿਹਾ? ਮਨ ਉਹ ਹੋ ਗਿਆ ਫਿਰ ਜੋ ਉਸ ਵਿੱਚ ਸਿੰਜਰ ਰਿਹਾ ਸੀ ਪਹਿਲੋਂ ਦਾ। ਜੇ ਤੁਸੀਂ ਆਪਣੇ ਅੰਦਰ ਬਿਰਤੀ ਵਿੱਚ, ਸਮ੍ਰਿਤੀ ਵਿੱਚ, ਯਾਦ ਵਿੱਚ ਵਾਹਿਗੁਰੂ ਹੈ ਦਾ ਭਾਵ ਵਸਾਓ ਤੇ ਉਹ ਸਿੰਜਰ ਜਾਏ ਚਿੱਤ ਵਿੱਚ, ਤਾਂ ਤੁਹਾਡਾ ਦਿਲ ਰਹੇ ਨਾ ਹਰ ਵੇਲੇ ਵਾਹਿਗੁਰੂ ਨਾਲ ਮਿਲਿਆ, ਕਿਉਂਕਿ ਉਸ ਨੂੰ ਭੁੱਲ ਜਾਣਾ ਹੀ ਤਾਂ ਪਰਦਾ ਸੀ, ਵਿੱਥ ਸੀ। ਜਦੋਂ ਦਿਲ ਭੁੱਲ ਦੂਰ ਕਰਕੇ ਯਾਦ ਵਿੱਚ ਆ ਗਿਆ ਤੇ ਯਾਦ ਹੋ ਗਈ ਨਿਰੰਤਰ, ਲਗਾਤਾਰ, ਤਾਂ ਫਿਰ ਮਿਲਿਆ ਕਹਿਣਾ ਬੰਦਾ ਹੈ। ਇਸ ਕਰਕੇ ਸਿਮਰਨ ਹੀ ਰਸਤਾ ਹੈ ਮੇਲ ਦਾ। ਮਾਨ ਚੰਦ, ਸਿਮਰਨ ਦੁਆਰਾ ਜੇ ਪਰਮਾਤਮਾ ਬਿਰਤੀ ਵਿੱਚ ਕਿ ਚਿੱਤ ਵਿੱਚ, ਮਤਲਬ ਅੰਦਰ ਵਸ ਗਿਆ, ਫਿਰ ਗੁਰੂ ਜੀ, ਫਿਰ ਕਾਰਜ ਹੋ ਗਿਆ, ਮੇਲ ਹੋ ਗਿਆ, ਕਿਉਂਕਿ ਵਾਹਿਗੁਰੂ ਆਤਮਾ ਹੈ, ਰੂਹ ਹੈ ਤੇ ਅਸੀਂ ਹਾਂ ਤਾਂ ਸਰੀਰ, ਪਰ ਸਰੀਰ ਵਿੱਚ ਸਾਡਾ ਆਪਾ ਜੋ ਹੈ ਸੋ ਆਤਮਾ ਹੈ, ਰੂਹ ਹੈ। ਜਦ ਅਸਾਂ ਆਪਣੀ ਰੂਹ ਨੂੰ ਉਸ ਪਰਮ ਰੂਹ ਵਿੱਚ ਲਾਈ ਰੱਖਿਆ, ਤਾਂ ਲਿਵ ਧਾਰਨ ਵਾਲਾ ਲਿਵ ਦੇ ਨਿਸ਼ਾਨੇ ਵਿੱਚ ਮਿਲਿਆ, ਰੂਹ ਨੂੰ ਜਾ ਮਿਲੇ। ਮਾਨ ਚੰਦ, ਜ਼ਰਾ ਫੇਰ ਫੁਰਮਾਉਣਾ ਨਾ। ਗੁਰੂ ਜੀ, ਰੂਹ ਆਤਮਾ ਸਜਾਤੀ ਹੋਣ ਕਰਕੇ ਪਰਮਾਤਮਾ ਰੂਹ ਨੂੰ ਮਿਲੇਗੀ। ਲਿਵ ਲਾਉਣ ਵਾਲਾ ਅੰਦਰਲਾ ਲਿਵੇ, ਜਿਸ ਵਿੱਚ ਲਿਵ ਲਾਈ ਹੈ, ਉਸ ਵੱਲ ਨੂੰ ਨੱਸ ਕੇ ਜਾਵੇਗਾ, ਪ੍ਰਾਪਤ ਹੋਵੇਗਾ। ਇਹ ਜਾਣਨਾ ਗੁਰੂ ਦੀ ਮਿਹਰ ਨਾਲ ਹੁੰਦਾ ਹੈ, ਔਰ ਇਹ ਜਾਣਨਾ ਮਨੋ ਗਿਆਨ ਨਹੀਂ, ਇਹ ਅਸਲ ਅਨੁਭਵ ਹੈ। ਮਾਨ ਚੰਦ, ਕਿਉਂ? ਗੁਰੂ ਜੀ, ਸਜਾਤੀ ਨਾਲ ਮੇਲ ਹੁੰਦਾ ਹੈ, ਇਸ ਨਿਯਮ ਨਾਲ। ਮਾਨ ਚੰਦ, ਠੀਕ ਹੈ, ਰਤਾ ਸੋਚ ਕੇ ਜੀਓ, ਇਹ ਅਨੁਭਵ ਕੀ ਹੋਇਆ? ਗੁਰੂ ਜੀ, ਭਾਈ, ਜੋ ਤੈਨੂੰ ਪਹਿਲੋਂ ਦੱਸ ਚੁੱਕੇ ਹਾਂ ਕਿ ਭੁੱਲ ਸੰਸਾਰ ਕਰ ਰਿਹਾ ਹੈ। ਮਨ ਬੱਧੀ ਦੇ ਗਿਆਨ ਦਾ ਵਿਸ਼ਾ ਲੋਕੀ ਨਿਰੰਕਾਰ ਨੂੰ ਬਣਾਉਣਾ ਚਾਹੁੰਦੇ ਹਨ। ਉਹ ਨਿਰੰਕਾਰ ਇਹਨਾਂ ਦਾ ਵਿਸ਼ਾ ਨਹੀਂ ਹੈ। ਜਦੋਂ ਨਾਮ ਸਿਮਰਨ ਨਾਲ ਅੰਦਰ 8 ਪੈਰ ਲਿਵ ਲੱਗ ਜਾਂਦੀ ਹੈ, ਤਾਂ ਬੁੱਧੀ ਤੋਂ ਉੱਪਰ ਇੱਕ ਹੋਰ ਸੁੱਧ ਪੈਦਾ ਹੁੰਦੀ ਹੈ। ਉਹ ਦਿਸਣ ਵਾਲੇ ਤੋਂ ਉੱਚੀ ਹੋ ਕੇ ਨਾ ਦਿਸਣ ਵਾਲੇ, ਨਾ ਜਾਣਨ ਵਾਲੇ ਨੂੰ ਲਖਦੀ ਹੈ, ਪ੍ਰਤੀਤ ਕਰਦੀ ਹੈ। ਉਸ ਦੀ ਇਸ ਲਖਤਾ ਨੂੰ ਅਨੁਭਵ ਆਖੀਦਾ ਹੈ। ਇਸ ਦਿਸਦੇ ਜਗਤ ਦੇ ਦੇਖਣਹਾਰ, ਦ੍ਰਿਸ਼ਟਾ ਦਾ ਭਾਵ ਸਾਡੇ ਅੰਦਰਲੇ ਦਾ, ਆਪਣੇ ਦੇਖਣਹਾਰ ਨੂੰ ਅੰਤਰ ਆਤਮੇ ਲਖ ਲੈਣਾ, ਇਹ ਹੈ ਅਨੁਭਵ। ਮਾਨ ਚੰਦ, ਹੁਣ ਸੋਝੀ ਆਈ। ਅਸੀਂ ਚਾਹੁੰਦੇ ਹਾਂ ਕਿ ਹੁਣੇ ਇਸ ਮਨ ਨਾਲ ਨਿਰੰਕਾਰ ਨੂੰ ਜਾਣ ਲਈਏ, ਨੈਣਾ ਨਾਲ ਕਿ ਮਨ ਨਾਲ ਤੱਕ ਲਈਏ। ਤੇ ਅਸਲ ਗੱਲ ਇਹ ਹੈ ਕਿ ਹੁਣ ਜਪੀਏ, ਲਿਵ ਲਾਈ ਰੱਖੀਏ, ਤਾਂ ਇੱਕ ਹੋਰ ਅਕਲ, ਕੋਈ ਹੋਰ ਬੁੱਧੀ, ਇਸ ਨੂੰ ਅਨੁਭਵ ਆਖਦੇ ਹੋ, ਉਹ ਲੱਖੇਗੀ ਨਿਰੰਕਾਰ ਨੂੰ, ਨਿਰੰਕਾਰ ਨਾਲ ਮੇਲ ਖਾ ਕੇ, ਕੰਬ ਕੇ। ਦੇਖੋ ਜੀ, ਅਸੀਂ ਕਿੰਨੇ ਮੂਰਖ ਹਾਂ। ਮਨ ਨੂੰ ਮਨ ਵਿੱਚ ਲੈ ਕਰਕੇ ਲੱਖੇ ਜਾਣ ਵਾਲੇ ਨਿਰੰਕਾਰ ਨੂੰ ਮੂਲੀਆਂ ਗਾਜਰਾਂ ਦੇ ਦਿਸਣ ਵਾਂਗੂ ਆਪਣੇ ਇੰਦਰੀਆਂ ਦਾ ਵਿਸ਼ਾ ਬਣਾ ਕੇ ਦੇਖਿਆ ਚਾਹੁੰਦੇ ਹਾਂ। ਹਾਂ, ਸ਼ੌਕ ਸਾਡੀ ਅਕਲ ਤੇ। ਗੁਰੂ ਜੀ, ਮਾਨ ਚੰਦ, ਭਾਵੇਂ ਘਰ ਵਿੱਚ ਹੋਵੇ ਪਾਨਾਂ ਦੀ ਵਾੜੀ ਲੱਗੀ ਹੋਈ, ਪਰ ਖੋਤਾ ਉਸ ਦੀ ਸਾਰ ਨਹੀਂ ਜਾਣਦਾ। ਇਸੇ ਤਰ੍ਹਾਂ ਜੋ ਸੁਗੰਧੀ ਦਾ ਰਸਕ ਹੋਵੇ, ਉਹ ਫੁੱਲਾਂ ਦੀ ਪਛਾਣ ਕਰ ਸਕਦਾ ਹੈ। ਮਾਨ ਚੰਦ, ਹਾਂਜੀ ਠੀਕ ਹੈ। ਜੋ ਗੁਣ ਪਾਨ ਦੇ ਵੈਦ ਨੂੰ ਪਤਾ ਹਨ, ਉਹ ਆਮ ਆਦਮੀਆਂ ਨੂੰ ਪਤਾ ਨਹੀਂ, ਤੇ ਖੋਤੇ ਨੂੰ ਘਾਹ ਤੇ ਪਾਨਾਂ ਵਿੱਚ ਕੀ ਤਮੀਜ਼ ਹੋ ਸਕਦੀ ਹੈ? ਸਾਡੀ ਅਕਲ ਆਪ ਨੇ ਦੱਸੀ ਹੈ ਕਿ ਦਿਸਣਹਾਰ ਤੱਕ ਜਾਂਦੀ ਹੈ, ਤੇ ਉਹ ਮਾਲਕ ਹੋਇਆ ਉਸ ਤੋਂ ਅੱਗੇ ਤੇ ਉਲਟੇ ਪਾਸੇ, ਦੇਖਣਹਾਰ ਪਾਸੇ ਵੱਲ। ਆਪ ਦੀ ਇਹ ਗੱਲ ਮੇਰੀ ਬੜੀ ਦਿਲ ਲੱਗੀ ਹੈ ਕਿ ਪਹਿਲੇ ਸਾਨੂੰ ਉਸ ਫਾਇਲੀ ਦ੍ਰਿਸ਼ਟਾ ਪਾਸੇ ਦੀ ਤਮੀਜ਼ ਪੈਦਾ ਹੋਵੇ, ਤਾਂ ਸੋਝੀ ਪਵੇ ਨਾ, ਤਾਂ ਉਸ ਨੂੰ ਲਖੀਏ। ਠੀਕ ਜੀਓ। ਗੁਰੂ ਜੀ, ਤੂੰ ਸਮਝਿਆ ਹੈ ਖੇਲ ਇਹ ਹੈ ਕਿ ਪਹਿਲੇ ਅੰਮ੍ਰਿਤ ਪੀਵੇ, ਸੰਸੇ ਸ਼ੱਕ ਉੱਠਦੇ ਰਹਿੰਦੇ ਹਨ, ਉਹ ਭਰਮ ਭਾਸਦੇ ਹਨ ਤੇ ਸਮਾ ਜਾਂਦੇ ਹਨ। ਭਰਮ ਜੋ ਸਾਨੂੰ ਭਟਕਾਉਂਦਾ ਸੀ ਤੇ ਉਸ ਵੇਲੇ ਅਕਲਮੰਦੀ ਭਾਸਦਾ ਸੀ, ਉਹ ਆਪੇ ਸਾਨੂੰ ਭਾਸਣ ਲੱਗ ਜਾਂਦਾ ਹੈ ਕਿ ਭਰਮ ਸੀ ਆਪ।
ਫਿਰ ਸੁਖੱਲਿਆਂ ਹੀ ਨਿਰੰਕਾਰ ਵਿੱਚ ਮਿਲਿਆ ਹੋਇਆ ਰਹਿਣ ਲੱਗ ਜਾਂਦਾ ਹੈ ਤੇ ਚੋਲਾ ਛੱਡ ਕੇ ਅਮਰ ਪਦਵੀ ਨੂੰ ਪ੍ਰਾਪਤ ਹੁੰਦਾ ਹੈ। ਮਾਨ ਚੰਦ, ਹੁਣ ਹੇ ਦਾਤਾ ਮਿਹਰ ਕਰੋ, ਜੋ ਇਹ ਸਾਰੀ ਖੇਡ ਦਾ ਮੁੱਢ ਮੰਨ ਲਵਾਂ ਤੇ ਜਿਸ ਨੇ ਅੰਤ ਪ੍ਰਯੰਤ ਨਿਭਣਾ ਹੈ ਨਾਮ ਸਿਮਰਨ, ਉਹ ਦਾਤ ਬਖਸ਼ੋ ਜੋ ਇਉਂ ਟੁਰੇ ਕੇ ਕਦੇ ਨਾ ਵਿਸਰੇ। ਸਤਿਗੁਰੂ ਜੀ ਉਸ ਵੇਲੇ ਕਿਸੇ ਅਚਰਜ ਰੰਗ ਵਿੱਚ ਵਿਸਮ ਰਹੇ ਸਨ। ਮਾਨ ਚੰਦ ਦੀ ਬਿਨੇ ਜੋ ਅੰਦਰੋਂ ਪੁੜ ਕੇ ਨਿਕਲੀ ਸੀ ਸੁਣ ਕੇ ਕਿਸੇ ਉਛਾਲੇ ਵਿੱਚ ਆਏ, ਆਪਣੇ ਹੱਥ ਦਾ ਡੰਡਾ ਅੱਗੇ ਕਰਕੇ ਕਹਿਣ ਲੱਗੇ, ਲੈ ਮਾਨ ਚੰਦ, ਵਿਸਿਮਰਨ ਦਾ ਭੂਤ ਯਾਦ ਦੇ ਡੰਡੇ ਨਾਲ ਨਿਕਲਦਾ ਹੈ। ਮਾਨ ਚੰਦ ਨੇ ਸਨਮਾਨ ਨਾਲ ਡੰਡਾ ਲੈ ਲਿਆ ਤੇ ਸਿਰ ਤੇ ਧਰ ਲਿਆ। ਡੰਡਾ ਮੱਥੇ ਛੂੰਹਦਿਆਂ ਸਾਰ ਕੁਝ ਥਰ ਜਿਹਾ ਟੁੱਟਾ, ਜਿਵੇਂ ਪੋਸ ਦੀ ਕਲੀ ਨੂੰ ਚਟਕ ਪੈਂਦਿਆਂ ਸਾਰ ਬਾਹਰਲਾ ਸਾਵਾ ਛਿਲਕ ਟੁੱਟ ਕੇ ਹੇਠਾਂ ਜਾ ਪੈਂਦਾ ਹੈ ਤੇ ਵਿੱਚੋਂ ਲਾਲ ਗੁਲਾਲ ਗੁੱਲੇ ਲਾਲਾ ਨਿਕਲ ਪੈਂਦਾ ਹੈ। ਤਿਵੇਂ ਕਿਸੇ ਚਟਕ ਕਰਕੇ ਥਰ ਦੇ ਟੁੱਟਣ ਨਾਲ ਮਾਨ ਚੰਦ ਦੇ ਅੰਦਰ ਨਾਮ ਦਾ ਪ੍ਰਵਾਹ ਟੁਰ ਪਿਆ। ਹਾਂ, ਅਟਕ ਰਹੇ ਮਾਨ ਚੰਦ ਨੂੰ, ਜਿਸ ਦੀ ਕੋਸ਼ਿਸ਼ ਸੱਚੀ ਸੀ ਤੇ ਯਤਨ ਅੰਦਰੋਂ ਸੀ, ਪਰ ਅਟਕ ਰਿਹਾ ਸੀ ਤੇ ਉਸੇ ਬੁੱਧੀ ਦਾ ਅਟਕਾਇਆ ਖੱਲਾ ਸੀ, ਜਿਹੜੀ ਬੁੱਧੀ ਕੀ ਭਲਾਈ ਨੂੰ ਜਾਚ ਤੋਲ ਕੇ ਚੰਗਿਆ ਦੱਸ ਰਹੀ ਸੀ, ਪਰ ਸਾਈਂ ਦੇਸ਼ ਜਾਣੋ ਵਰਜ ਰਹੀ ਸੀ ਕਿ ਜੋ ਮੇਰੀ ਸਮਝੇ ਨਹੀਂ ਪੈਂਦਾ ਮੈਂ ਉੱਧਰ ਨਹੀਂ ਜਾਣ ਦੇਣਾ। ਹਾਂ, ਅੱਜ ਉਹ ਅਟਕ ਰਿਹਾ ਮਾਨ ਚੰਦ ਮਿਹਰਾਂ ਦੇ ਸਾਈਂ ਦੀ ਮਿਹਰ ਨਾਲ ਅਟਕੋਂ ਨਿਕਲ ਕੇ ਰਸ ਦੇਸ਼ ਨੂੰ ਟੁਰ ਪਿਆ। ਭਲਾਈ ਤੋਂ ਅੱਗੇ ਪ੍ਰੇਮ ਹੈ, ਲਿਵ ਹੈ, ਆਪਾ ਉਨਤੀ ਹੈ ਤੇ ਪ੍ਰੇਮ ਆਪੇ ਨਾਲ ਆਪੇ ਦਾ ਅਵਿਛੁੜ ਰਸਮਈ ਆਨੰਦ ਸਰੂਪ ਮੇਲ ਹੈ। ਮਾਨ ਚੰਦ ਨੂੰ ਇਹ ਧਨ ਸੱਚਾ ਵੱਖਰ ਮਿਲ ਗਿਆ ਤੇ ਉਪਕਾਰੀ ਦਾਤਾ ਜੀ ਉਸ ਨੂੰ ਨਿਹਾਲ ਕਰਕੇ ਹੋਰ ਜਗਤ ਨੂੰ ਨਿਸਤਾਰਨ ਵਾਸਤੇ ਕੰਧਾਰ ਦੇ ਪਰਗਣੇ ਤੋਂ ਅੱਗੇ ਟੁਰ ਪਏ। ਜੈ ਹੋ ਇਸ ਭੈ ਪੰਜਨ ਪਰ ਦੁੱਖ ਨਿਵਾਰਨ ਮਹਾਨ ਦਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।